ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, चिंता लाहे हमारी। अवर न सूझै दूजी ठार, हार परयो तो द्वारी। लेखा छोड़ अलेखा छूटै, हम निर्गुण लेहो वारी। सद बख्शिंद सदा मेहरबाना, सबना दे आधारी। नानक दास संत पाछै परयो, राख लिहो एह बारी। नानक दास संत पाछै परयो, राख लिहो एह बारी। होवै सिफत कसमंदी, नूर अरसों कुरसों चटिया। तुद डिठे सच्चे पातशाह, मल जन्म जन्म दी घटिया। तुद डिठे सच्चे पातशाह, मल जन्म जन्म दी घटिया। सतनाम श्री वाहिगुरु साहिब जीओ। राम कली की वार, राय बलवंड तथा सतै ढूम आखी। एक ओंकार सतगुर प्रसाद, नाम करता कादर करे। क्यों बोल होए जो खीम दे गुणा सत भैन भराव है। पारंगत दान पड़ी वंदै, नाम करता कादर करे। क्यों बोल होवै जो खीवंदै। वाहिगुरु जी का खालसा, वाहिगुरु जी की फतेह। पतित पावन सतगुरु गरीब नवाज गुरु ग्रंथ साहिब जीआं दी पवित्र पावन हजूरी अंदर विराजमान हो रही गुरु की संगत, सतगुरां दे दरबार की हाजरी भरदियां होयां गुरु की बाणी दे कीर्तन दियां दातां सरवण कीतियां। इस वेले सतगुरु लड़ीवार गुरबाणी की कथा के दात दे नाल सानू निहाल कर रहे हैं। आओ कुछ समय वास्ते अपने मन के ध्यान नूं टकाईए, भावना नाल शरधा नाल सतगुरां दे अमृत बचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। राम कली की वार,
ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਧੰਨ ਗੁਰੂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੀਆਂ ਨੇ ਰਾਮਕਲੀ ਰਾਗ ਦੇ ਅੰਦਰ 3 ਵਾਰਾਂ ਦੀ ਬਖਸ਼ਿਸ਼ ਕੀਤੀ ਹੈ। ਪਹਿਲੀ ਵਾਰ ਦੇ ਵਿੱਚ 21 ਸ਼ਲੋਕ ਬਖਸ਼ਿਸ਼ ਕੀਤੇ, ਦੂਜੀ ਵਾਰ ਦੇ ਵਿੱਚ ਮਹਾਰਾਜ ਜੀਆਂ ਨੇ 22 ਸ਼ਲੋਕਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਤੀਜੀ ਵਾਰ ਹੈ ਰਾਮਕਲੀ ਰਾਗ ਦੇ ਅੰਦਰ। ਰਾਏ ਬਲਵੰਡ ਸੱਤਾ ਤੇ ਬਲਵੰਡਾ 2 ਗੁਰੂ ਕੇ ਕੀਰਤਨੀਏ, ਜਿਨ੍ਹਾਂ ਦੇ ਬਾਬਤ ਆਪਾਂ ਕੱਲ ਸਾਰਾ ਇਤਿਹਾਸ ਸਰਵਣ ਕੀਤਾ ਸੀ ਵੀ ਕਿਵੇਂ ਇਹਨਾਂ ਦੇ ਮਨ ਵਿੱਚ ਹੰਕਾਰ ਹੋਇਆ, ਕਿਵੇਂ ਇਹਨਾਂ ਨੇ ਵੱਡੇ ਸਤਿਗੁਰਾਂ ਨੂੰ ਮਾੜੇ ਚੰਗੇ ਬਚਨ ਕਹਿ, ਉਹ ਬਚਨ ਕਹਿਣ ਦੇ ਨਾਲ ਫਿਰ ਇਹਨਾਂ ਦੇ ਸਰੀਰਾਂ ਦੇ ਉੱਪਰ ਕੋਹੜ ਹੋ ਗਿਆ, ਗਲੇ ਇਹਨਾਂ ਦੇ ਪੱਕ ਗਏ, ਬੋਲਿਆ ਨਹੀਂ ਜਾਂਦਾ ਹੈ। ਹੁਣ ਪਛਤਾਉਂਦੇ ਪਏ ਭਾਈ ਲੱਧਾ ਜੀ ਦੇ ਕੋਲ ਗਏ। ਭਾਈ ਲੱਧਾ ਜੀ ਨੇ ਆ ਕੇ ਬਖਸ਼ਾਇਆ, ਮਹਾਰਾਜ ਇਹਨਾਂ 'ਤੇ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ ਇਹਨਾਂ ਨੇ ਵੱਡੇ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ, ਹੁਣ ਉਸੇ ਜ਼ੁਬਾਨ ਦੇ ਨਾਲ ਇਹ ਸਤਿਗੁਰਾਂ ਦੀ ਸਿਫਤ ਕਰਨਗੇ, ਇਹਨਾਂ ਦੇ ਕੋਹੜ ਦਾ ਰੋਗ ਵੀ ਠੀਕ ਹੋ ਜਾਏਗਾ, ਇਹਨਾਂ ਦੇ ਪੱਕੇ ਹੋਏ ਗਲੇ ਵੀ ਠੀਕ ਹੋ ਜਾਣਗੇ। ਇਹ ਭਾਈ ਸੱਤਾ ਤੇ ਬਲਵੰਡਾ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਸਾਡੀ ਜ਼ੁਬਾਨ ਵਿੱਚ ਇੰਨੀ ਤਾਕਤ ਕਿੱਥੇ ਹੈ ਵੀ ਜੋ ਅਸੀਂ ਸਤਿਗੁਰਾਂ ਦੀ ਸਿਫਤ ਕਰ ਸਕੀਏ। ਸਿਫਤ ਵੀ ਉਹ ਕਰਦਾ ਹੈ ਜਿਸ ਨੂੰ ਤੁਸੀਂ ਆਪ ਬਖਸ਼ਿਸ਼ ਕਰਦੇ ਹੋ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹਨੂੰ ਬਖਸ਼ਦੇ ਹੋ ਉਹੀ ਕਰਦਾ ਹੈ। ਤੁਹਾਡੀ ਬਖਸ਼ਿਸ਼ ਬਿਨਾਂ ਤੇ ਹੋ ਨਹੀਂ ਸਕਦੀ ਹੈ। ਗਰੀਬ ਨਵਾਜ ਸਤਿਗੁਰਾਂ ਨੇ ਹੱਥ ਵਿੱਚ ਕਲਮ ਲੈ ਕੇ ਇਹਨਾਂ ਦੀ ਜ਼ੁਬਾਨ ਦੇ ਉੱਪਰ ਕਲਮ ਫੇਰੀ ਮਹਾਰਾਜ ਜੀਆਂ ਨੇ, ਐਸੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਭਾਈ ਸੱਤਾ ਤੇ ਬਲਵੰਡਾ ਫਿਰ ਸਤਿਗੁਰਾਂ ਦੀ ਸਿਫਤ ਕਰਨ ਲੱਗੇ ਨੇ। 8 ਪੌੜੀਆਂ ਦੀ ਇਹ ਵਾਰ ਹੈ। 4 ਪੌੜੀਆਂ ਵਿੱਚ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸਾਂਝੀ ਸਿਫਤ ਕੀਤੀ ਹੈ। 5ਵੀਂ ਵਿੱਚ ਗੁਰੂ ਅੰਗਦ ਸਾਹਿਬ ਦੀ ਸਿਫਤ ਹੈ। 6ਵੀਂ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਵਡਿਆਈ ਹੈ। ਅਤੇ ਇਸੇ ਤਰ੍ਹਾਂ 7ਵੀਂ ਪੌੜੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਹੈ। ਅਤੇ 8ਵੀਂ ਪੌੜੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇਹਨਾਂ ਨੇ ਵਡਿਆਈ ਕੀਤੀ ਹੈ। ਐਸੀ ਵਾਰ ਗੁਰਬਾਣੀ ਦੀ ਆਪਾਂ ਸਰਵਣ ਕਰਨ ਜਾ ਰਹੇ ਹਾਂ। ਰਾਏ ਬਲਵੰਡ, ਬਲਵੰਡ ਇਸ ਦਾ ਨਾਮ ਹੈ, ਸੱਤਾ ਤੇ ਬਲਵੰਡਾ। ਰਾਏ ਮਹਾਰਾਜ ਨੇ ਖਿਤਾਬ ਬਖਸ਼ਿਆ ਸੀ, ਇਹਨਾਂ ਦਾ ਕੀਰਤਨ ਸੁਣ ਕੇ ਮਹਾਰਾਜ ਬੜੇ ਖੁਸ਼ ਹੋਇਆ ਕਰਦੇ। ਰਾਏ ਦਾ ਖਿਤਾਬ ਬਖਸ਼ਿਆ ਮਹਾਰਾਜ ਨੇ, ਤਾਂ ਲਿਖਿਆ ਰਾਏ ਬਲਵੰਡ। ਇਸੇ ਤਰ੍ਹਾਂ ਇਹ ਡੂਮ ਸਨ, ਡੂਮ ਕਹੀਏ 82 ਸਨ ਇਹ ਦੋਨੇ ਜਾਣੇ ਕੀਰਤਨ ਕਰਨ ਵਾਲੇ। ਸੋ ਪਾਤਸ਼ਾਹ ਕਹਿਣ ਲੱਗੇ ਜਿਵੇਂ ਸਿਫਤ ਕੀਤੀ ਹੈ ਨਾ ਭਾਈ ਬਲਵੰਡ ਜੀ ਨੇ, ਤਥਾ ਉਸੇ ਤਰ੍ਹਾਂ ਹੀ ਸਿਫਤ ਕੀਤੀ ਹੈ ਭਾਈ ਸੱਤੇ ਜੀ ਨੇ। ਅਤੇ ਡੂਮ ਜਾਤੀ ਨਾਲ ਇਹ ਸੰਬੰਧ ਰੱਖਦੇ 82 ਨੇ। ਔਰ ਇਹ ਜਿਹੜੀ ਵਾਰ ਹੈ, ਇਸ ਦੀ ਜੋ ਭਾਸ਼ਾ ਹੈ ਇਹ ਵੀ ਡੂਮ ਆਖੀ। ਉਸੇ ਭਾਸ਼ਾ ਵਿੱਚ, ਡੂਮਾਂ ਦੀ ਭਾਸ਼ਾ ਦੇ ਵਿੱਚ ਇਹ ਬਾਣੀ ਜਿਹੜੀ ਹੈ ਇਹਨਾਂ ਨੇ ਕਹੀ ਹੈ। ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਆਮ ਹੀ 82 ਘਰਾਂ ਦੇ ਵਿੱਚ ਆਉਂਦੇ ਅਤੇ ਉਹ ਆ ਕੇ ਬਚਨ ਬਿਲਾਸ ਕਰਦੇ। ਸੋ ਉਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਜਿਹੜੀ ਸਿਫਤ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪਰਮਾਤਮਾ ਇੱਕ ਹੈ, ਨਿਰੰਕਾਰ। ਉਸ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਹੁੰਦੀ ਹੈ। ਜੇ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ ਨਾ ਤੇ ਸਿੱਧਾ ਜਿੰਨਾ ਮਰਜ਼ੀ ਯਤਨ ਕਰ ਲਓ ਵੀ ਆਪਣੇ ਆਪ ਮੈਂ ਪਾ ਲਵਾਂ, ਆਪਣੇ ਆਪ ਉਹ ਕਦੇ ਨਹੀਂ ਮਿਲੇਗਾ। ਜਦੋਂ ਵੀ ਉਹ ਮਿਲਦਾ ਹੈ ਉਹ ਗੁਰੂ ਦੇ ਜਰੀਏ ਮਿਲਦਾ ਹੈ। ਗੁਰੂ ਕਿਰਪਾ ਕਰੇ ਤਾਂ ਪਰਮਾਤਮਾ ਮਿਲਦਾ ਹੈ। ਗੁਰੂ ਦੀ ਬਖਸ਼ਿਸ਼ ਬਿਨਾਂ ਨਹੀਂ ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਕਹਿਣ ਲੱਗੇ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਮਿਲਦਾ ਹੈ। ਇਸ ਗੁਰਬਾਣੀ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਆਪਾਂ ਥੋੜ੍ਹੀ ਜਿਹੀ ਵਿਚਾਰ ਅੱਗੋਂ ਜਾ ਕੇ ਸਰਵਣ ਕਰਾਂਗੇ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਤੁਧ ਡਿਠੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੇ ਕੋਲ ਸੱਤਾ ਤੇ ਬਲਵੰਡਾ ਬੈਠ ਗਏ।
ਬੈਠ ਕੇ ਫਿਰ ਬੇਨਤੀ ਕਰਦੇ ਹਨ। ਤੁਧ ਡਿਠੈ ਸੱਚੇ ਪਾਤਸ਼ਾਹ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਦੇ ਕੋਲ ਬੈਠ ਕੇ ਜਦੋਂ ਆਪ ਜੀ ਦੇ ਦਰਸ਼ਨ ਕੀਤੇ ਹਨ, ਮਲ ਜਨਮ ਜਨਮ ਦੀ ਕੱਟਿਆ। ਸਾਡੇ ਜਨਮਾਂ ਜਨਮਾਤਰਾਂ ਦੀ ਮੈਲ ਜਿਹੜੀ ਹੈ ਉਹ ਕੱਟੀ ਗਈ ਹੈ। ਤੁਹਾਡੇ ਦਰਸ਼ਨ ਹੀ ਮਹਾਰਾਜ ਐਸੇ ਨੇ, ਜਿਹੜਾ ਗੁਰੂ ਦੇ ਦਰਸ਼ਨ ਕਰ ਲੈਂਦਾ ਇੱਕ ਜਨਮ ਦੀ ਨਹੀਂ ਕਈਆਂ ਜਨਮਾਂ ਦੀ ਮੈਲ ਸਤਿਗੁਰੂ ਕੱਟ ਦਿੰਦੇ। ਐਸੇ ਆਪ ਜੀ ਦੇ ਦਿਦਾਰੇ ਹਨ। ਸੱਚ ਜੇ ਗੁਰ ਫਰਮਾਇਆ। ਸਤਿਗੁਰੂ ਪਾਤਸ਼ਾਹ ਆਪ ਜੀ ਨੇ ਜਿਹੜੇ ਬਚਨ ਕੀਤੇ ਸਨ ਉਹ ਬਚਨ ਬਿਲਕੁਲ ਸੱਚ ਸਨ। ਮਹਾਰਾਜ ਨੇ ਕੀ ਆਖਿਆ ਸੀ? ਸਤਿਗੁਰਾਂ ਨੇ ਆਖਿਆ ਸੀ, ਭਾਈ ਤੁਸੀਂ ਸਾਡੇ ਨਾਲ ਸ਼ਰਤ ਨਾ ਰੱਖੋ ਪੈਸਿਆਂ ਦੀ, ਵੀ ਇਕੱਲਾ ਵਿਸਾਖੀ ਦਾ ਚੜਾਵਾ ਹੀ ਚਾਹੀਦਾ, ਤੁਸੀਂ ਜਿੰਨੇ ਚਾਹੀਦੇ ਨੇ ਉਨੇ ਹੀ ਲੈ ਲਓ। ਮਹਾਰਾਜ ਉਹ ਤੁਸੀਂ ਸੱਚ ਬਚਨ ਆਖੇ ਅਸੀਂ ਮੰਨ ਨਹੀਂ ਸਕੇ। ਬਾਅਦ ਵਿੱਚ ਸਾਨੂੰ ਚੜਾਵੇ ਦੇ ਵਿੱਚੋਂ 100 ਰੁਪਈਆ ਮਿਲਿਆ। ਤੁਸੀਂ ਉਸ ਵੇਲੇ ਵੀ ਇਹ ਬਚਨ ਕਹੇ ਸਨ, ਸੱਤਾ ਬਲਵੰਡਾ ਜੀ ਇਹ 100 ਹੀ ਲੈ ਲਵੋ, ਜਿੰਨੇ ਹੋਰ ਚਾਹੀਦੇ ਹੋਣਗੇ ਉਹ ਮਿਲ ਜਾਣਗੇ। ਪਰ ਮਹਾਰਾਜ ਅਸੀਂ ਉਹ ਵੀ ਬਚਨ ਨਹੀਂ ਮੰਨਿਆ। ਸੱਚ ਜੇ ਗੁਰ ਫਰਮਾਇਆ। ਸਤਿਗੁਰੂ ਆਪ ਜੀ ਨੇ ਬਚਨ ਤੇ ਸੱਚੇ ਕੀਤੇ ਸਨ। ਸੱਚ ਜੇ ਗੁਰ ਫਰਮਾਇਆ। ਆਪ ਜੀਆਂ ਨੇ ਬਚਨ ਸੱਚੇ ਕੀਤੇ। ਮਹਾਰਾਜ ਵੀ ਆ ਭਾਈ 100 ਰੁਪਈਆ ਲੈ ਕੇ ਆਪਣੇ ਕਾਰਜ ਕਰਨਾ ਕਰੋ। ਕਿਉਂ ਇਤੋਂ ਬੋਲੋ ਹਟਿਆ। ਪਰ ਮਹਾਰਾਜ ਅਸੀਂ ਉਹਨਾਂ ਬਚਨਾਂ ਤੋਂ ਹਟ ਗਏ, ਅਸੀਂ ਮੰਨ ਹੀ ਨਹੀਂ ਸਕੇ। ਸਾਨੂੰ ਮੰਨ ਲੈਣਾ ਚਾਹੀਦਾ ਸੀ ਵੀ ਚਲੋ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ। ਪਹਿਲਾਂ ਅਸੀਂ ਸ਼ਰਤ ਰੱਖ ਬੈਠੇ ਹਾਂ, ਹੁਣ ਜੇ ਸ਼ਰਤ ਸਾਡੀ ਨਹੀਂ ਪੂਰੀ ਹੋਈ ਹੈ, ਸਤਿਗੁਰੂ ਫਿਰ ਵੀ 100 ਰੁਪਈਆ ਦੇ ਰਿਹਾ, ਸਾਨੂੰ ਇਹ ਬਚਨ ਮੰਨਣਾ ਚਾਹੀਦਾ। ਪਰ ਮਹਾਰਾਜ ਇਹਨਾਂ ਬਚਨਾਂ ਤੋਂ ਅਸੀਂ ਪਿੱਛੇ ਹਟ ਗਏ ਹਾਂ। ਪੁੱਤਰੀ ਕੌਲ ਨਾ ਪਾਲਿਓ। ਸਤਿਗੁਰੂ ਪਾਤਸ਼ਾਹ ਜੀਓ ਸਾਡੀ ਪੁੱਤਰੀਆਂ ਦੇ ਵਾਂਗ ਧੀਆਂ ਦੇ ਵਾਂਗ ਹੈ ਸਾਡੀ ਛੋਟੀ ਭੈਣ, ਜਿਹਦੇ ਵਿਆਹ ਵਾਸਤੇ ਅਸੀਂ ਤੁਹਾਡੇ ਕੋਲ ਆ ਕੇ ਅਰਜ਼ੋਈ ਕੀਤੀ, ਮਹਾਰਾਜ ਸਾਡੀ ਮਦਦ ਕਰੋ। ਤੇ ਪਾਤਸ਼ਾਹ ਜੀ ਉਹਦੇ ਨਿਕਾਹ ਵਾਸਤੇ ਅਸੀਂ ਆਪ ਜੀ ਦੇ ਕੌਲ ਜਿਹੜੇ ਬਚਨ ਨੇ ਮੰਨ ਨਹੀਂ ਸਕੇ। ਤੁਸੀਂ ਬਚਨ ਆਖਿਆ ਸੀ ਲੈ ਜਾਓ 100 ਰੁਪਈਆ ਹੋਰ ਵੀ ਮਿਲ ਜਾਏਗੀ ਮਾਇਆ। ਪਰ ਮਹਾਰਾਜ ਉਹ ਬਚਨ ਅਸੀਂ ਆਪ ਜੀ ਦੇ ਮੰਨ ਨਹੀਂ ਸਕੇ। ਕੌਲ ਨਾਮ ਬਚਨਾਂ ਦਾ ਹੈ ਵੀ ਤੁਹਾਡੇ ਬਚਨ ਅਸੀਂ ਮੰਨ ਨਹੀਂ ਸਕੇ। ਹਾਂ ਕਰ ਪੀਰੋਂ ਕੰਨ ਮੁਰਟਿਆ। ਸਤਿਗੁਰੂ ਤੁਹਾਡਾ ਬਚਨ ਨਹੀਂ ਮੰਨਿਆ। ਆਪ ਜੀਆਂ ਨੇ ਕੰਨ ਮੁਰਟਿਆ, ਮੋਢਾ ਮੋੜ ਲਿਆ ਸਾਡੇ ਨਾਲ। ਕਹਿ ਦਿੱਤਾ ਇਹ ਬੇਮੁਖ ਹੋ ਗਏ ਨੇ ਸੱਤਾ ਤੇ ਬਲਵੰਡਾ। ਇਹਨਾਂ ਨੇ ਵੱਡੇ ਸਤਿਗੁਰਾਂ ਦੀ ਨਰਾਦਰੀ ਦੇ ਬਚਨ ਕੀਤੇ। ਮਹਾਰਾਜ ਆਪ ਜੀ ਨੇ ਮੋਢਾ ਮੋੜਿਆ, ਸਾਨੂੰ ਆਖਿਆ ਇਹ ਫਿਟਕ ਗਏ ਨੇ। ਪਾਤਸ਼ਾਹ ਤੁਹਾਡੇ ਬਚਨ ਉਸੇ ਵੇਲੇ ਪੂਰੇ ਹੋਏ। ਸਾਡੇ ਸਰੀਰਾਂ ਦੇ ਉੱਪਰ ਕੋੜ ਦਾ ਰੋਗ ਹੋ ਗਿਆ। ਕਰ ਪੀ ਰਹੋ। ਉਦੋਂ ਦੇ ਅਸੀਂ ਪੀੜਾ ਦੇ ਸਹਿਤ ਹਾਂ, ਉਦੋਂ ਦੀਆਂ ਸਾਨੂੰ ਦਰਦਾਂ ਹੋ ਰਹੀਆਂ, ਪੀੜਾਂ ਹੋ ਰਹੀਆਂ, ਦੁੱਖ ਹੋ ਰਿਹਾ। ਪਾਤਸ਼ਾਹ ਜੀ ਅਸੀਂ ਤੁਹਾਡਾ ਬਚਨ ਜੋ ਨਹੀਂ ਮੰਨਿਆ ਹੈ। ਸਤਿਗੁਰੂ ਪਾਤਸ਼ਾਹ ਜੀ ਕੰਨ ਮੁਰੱਟੀ ਹੈ। ਆਪ ਜੀ ਨੇ ਮੋਢਾ ਹੀ ਮੋੜ ਲਿਆ। ਬਚਨ ਜਿਹੜਾ ਨਹੀਂ ਮੰਨਦਾ ਫਿਰ ਗੁਰੂ ਉਹਨੂੰ ਆਪਣੇ ਤੋਂ ਪਰੇ ਕਰ ਦਿੰਦਾ ਵੀ ਜਾ ਭਾਈ ਮਰਜ਼ੀ ਕਰ ਆਪਣੀ। ਸਤਿਗੁਰੂ ਬਚਨ ਨਹੀਂ ਮੰਨਿਆ। ਆਪ ਜੀਆਂ ਨੇ ਸਾਡੇ ਨਾਲ ਮੋਢਾ ਫੇਰਿਆ ਹੈ। ਤੇ ਉਸ ਵੇਲੇ ਕਰ ਪੀ ਰਹੋ ਸਾਨੂੰ ਦਰਦਾਂ ਪੀੜਾਂ ਦੁੱਖ ਇਹ ਬਿਪਤਾ ਹੀ ਪੈ ਗਈਆਂ ਮਹਾਰਾਜ, ਜਦੋਂ ਦਾ ਆਪ ਜੀ ਨੇ ਸਾਡੇ ਤੋਂ ਆਪਣਾ ਮੂੰਹ ਫੇਰਿਆ ਹੈ। ਦਿਲ ਖੋਟਾ ਆਕੀ ਫਿਰਨ। ਮਹਾਰਾਜ ਅਸੀਂ ਦਿਲ ਦੇ ਖੋਟੇ ਸੀ, ਸਾਡੇ ਮਨ ਵਿੱਚ ਲਾਲਚ ਸੀ, ਮੰਨਦੇ ਪਏ ਨਾ ਆਪਣੀ ਗਲਤੀ, ਗੁਨਾਹ ਮੰਨਦੇ ਪਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਬੈਠ ਕੇ ਭਾਈ ਸੱਤਾ ਜੀ ਬਲਵੰਡਾ ਜੀ ਕਹਿ ਰਹੇ ਨੇ, ਕਹਿੰਦੇ ਮਹਾਰਾਜ ਜੀ ਦਿਲ ਖੋਟੇ, ਅਸੀਂ ਮੰਨਦੇ ਖੋਟੇ ਹੋ ਗਏ। ਲਾਲਚ ਆ ਗਿਆ ਸਾਡੇ ਮਨ ਵਿੱਚ ਵੀ ਗੁਰੂ ਪਾਤਸ਼ਾਹ ਤੋਂ ਲੈ ਲਓ ਜਿੰਨੀ ਲਈ ਜਾਂਦੀ ਹੈ ਮਾਇਆ। ਸਤਿਗੁਰਾਂ ਨੇ ਤੇ ਫਿਰ ਵੀ ਇਹਨਾਂ ਦੇ ਨਾਲ ਮਹੀਨੇ ਦਾ ਜੋ ਵੀ ਇਹਨਾਂ ਦਾ ਬਣਦਾ ਮਾਨ ਸਨਮਾਨ ਉਹ ਕੀਤਾ ਹੋਇਆ ਵੀ ਇੰਨਾ ਤੁਹਾਨੂੰ ਮਹੀਨੇ ਦੇ ਵਿੱਚੋਂ ਧਨ ਮਿਲਿਆ ਕਰੇਗਾ। ਉਹਦੇ ਤੋਂ ਉੱਪਰੋਂ ਵੀ ਸਤਿਗੁਰੂ ਬਖਸ਼ਿਸ਼ਾਂ ਕਰ ਦਿੰਦੇ, ਸੰਗਤਾਂ ਵੱਲੋਂ ਵੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ। ਸਤਿਗੁਰੂ ਆਪ ਜੀ ਨੇ ਤੇ ਬੜਾ ਦਿੱਤਾ ਹੈ। ਪਰ ਅਸੀਂ ਜਿਹੜੇ ਲੋਕ ਹਾਂ ਦਿਲ ਖੋਟੇ, ਮਨ ਦੇ ਖੋਟੇ ਹੀ ਰਹੇ, ਮਨ ਵਿੱਚ ਲਾਲਚ ਹੀ ਰਿਹਾ ਵੀ ਹੋਰ ਲੁੱਟ ਲਈਏ, ਸਤਿਗੁਰਾਂ ਨੂੰ ਹੋਰ ਲੈ ਲਈਏ। ਇਸ ਤਰ੍ਹਾਂ ਦੀ ਸਾਡੀ ਹਾਲਤ ਹੈ। ਦਿਲ ਖੋਟਾ ਹੈ। ਆਕੀ ਫਿਰਨ, ਅਸੀਂ ਆਕੀ ਹਰ ਵੇਲੇ ਆਕੜੇ ਹੀ ਫਿਰੇ, ਹੰਕਾਰ ਹੀ ਮਨ ਵਿੱਚ ਰਿਹਾ ਤੇ ਹੰਕਾਰ ਵਿੱਚ ਹੀ ਅਸੀਂ ਬਚਨ ਕਰ ਬੈਠੇ। ਗੁਰੂ ਨਾਨਕ ਸਾਹਿਬ ਦੀ ਜੇ ਪ੍ਰਸਿੱਧੀ ਹੋਈ ਹੈ ਤੇ ਭਾਈ ਮਰਦਾਨਾ ਜੀ ਕਰਕੇ ਹੋਈ ਹੈ। ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਜੇ ਕਿਸੇ ਨੇ ਜਾਣਿਆ
ਉਹ ਭਾਈ ਦਾਨਾ ਜੀ ਕਰਕੇ ਜਾਣਿਆ, ਉਹ ਵੀ ਸਾਡਾ ਮਰਾਸੀ ਭਰਾ ਸੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਜੇ ਵਡਿਆਈ ਹੋਈ ਹੈ, ਉਹ ਭਾਈ ਦਾਲਾ ਜੀ ਕੀਰਤਨੀਏ ਸਨ, ਉਹਨਾਂ ਕਰਕੇ ਹੋਈ ਹੈ। ਮਹਾਰਾਜ ਐਸੇ ਅਸੀਂ ਆਕੜ ਵਾਲੇ ਹੰਕਾਰ ਵਾਲੇ ਬਚਨ ਕਰਦੇ ਤੁਹਾਡੇ ਨਾਲ, ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ ਸਨ, ਉਹਨਾਂ ਬਚਨਾਂ ਕਰਕੇ ਸਾਨੂੰ ਇਹ ਦੁੱਖ ਮਿਲਿਆ ਹੈ। ਮਨ ਭਾਰ ਚੈਨ ਛਟਿਆ। ਸਤਿਗੁਰੂ ਪਾਤਸ਼ਾਹ ਜੀਓ, ਇਹ ਹੰਕਾਰ ਰੂਪੀ ਜਿਹੜਾ ਛੱਟ ਹੈ, ਉਹ ਅਸੀਂ ਬੰਨ੍ਹ ਕੇ ਤੁਰੇ ਫਿਰਦੇ ਸੀ। ਅਸੀਂ ਆਖਿਆ ਸੀ ਵੀ ਜਿਸ ਵੀ ਸੋਢੀ ਦੇ ਕੋਲ ਜਾ ਕੇ ਕੀਰਤਨ ਕਰਾਂਗੇ, ਉਸੇ ਸੋਢੀ ਨੂੰ ਅਸੀਂ ਗੁਰੂ ਬਣਾ ਲਵਾਂਗੇ। ਕੱਲ੍ਹ ਆਪਾਂ ਗੁਰਮੁਖੋ ਸਾਰਾ ਇਤਿਹਾਸ ਸਰਵਣ ਕੀਤਾ ਹੈ ਨਾ, ਉਹ ਸਾਖੀਆਂ ਹੁਣ ਦੁਬਾਰਾ ਨਹੀਂ ਆਪਾਂ ਸਰਵਣ ਕਰਾਂਗੇ, ਪਰ ਇਹਨਾਂ ਨੇ ਆਖਿਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜਿਸ ਵੀ ਦਰਬਾਰ ਵਿੱਚ ਅਸੀਂ ਕੀਰਤਨ ਕਰ ਦਿਆਂਗੇ ਨਾ, ਸੋਢੀ ਜਿਸ ਕੋਲ ਬੈਠ ਕੇ ਉਸੇ ਸੋਢੀ ਨੂੰ ਅਸੀਂ ਗੁਰੂ ਬਣਾ ਦਿਆਂਗੇ। ਮਹਾਰਾਜ ਸਾਹਿਬ ਜੀਓ, ਇਹ ਅਸੀਂ ਹੰਕਾਰ ਦੀ ਪੰਡ ਆਪਣੇ ਸਿਰ ਤੇ ਬੰਨ੍ਹ ਕੇ ਤੁਰੇ ਫਿਰਦੇ, ਐਸੇ ਬਚਨ ਮਹਾਰਾਜ ਅਸੀਂ ਕੀਤੇ ਹਨ। ਸਾਨੂੰ ਮਹਾਰਾਜ ਹੁਣ ਸਮਤ ਬਖਸ਼ਿਸ਼ ਕਰੋ, ਸਾਡੇ ਤੇ ਕਿਰਪਾ ਕਰੋ। ਜਦੋਂ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਐਸੀ ਵਡਿਆਈ ਇਹਨਾਂ ਨੇ ਕੀਤੀ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚਲ ਠੀਕ ਹੈ ਭਾਈ, ਫਿਰ ਹੁਣ ਤੁਸੀਂ ਵੱਡੇ ਸਤਿਗੁਰਾਂ ਦੀ ਸ਼ੋਭਾ ਕਰੋ ਤੇ ਤੁਹਾਨੂੰ ਮਾਫੀ ਮਿਲੇਗੀ। ਉਸ ਵੇਲੇ ਸਤਿਗੁਰਾਂ ਦੀ ਵਡਿਆਈ ਫਿਰ ਇਹਨਾਂ ਨੇ ਕਰਨ ਵਾਸਤੇ ਆਖਿਆ, ਮਹਾਰਾਜ ਆ ਬਖਸ਼ਿਸ਼ ਕਰੋ। ਸਤਿਗੁਰਾਂ ਨੇ ਜੀਭਾ ਦੇ ਉੱਪਰ ਕਲਮ ਫੇਰ ਕੇ ਆਖਿਆ, ਗੁਰੂ ਨਾਨਕ ਸਾਹਿਬ ਦੀ ਵਡਿਆਈ ਸਰਬੋਤਮ ਹੈ, ਪਹਿਲਾਂ ਉਹਨਾਂ ਦੀ ਮਹਿਮਾ ਕਰੋ, ਫਿਰ ਗੁਰੂ ਅੰਗਦ ਸਾਹਿਬ ਦੀ ਵਡਿਆਈ ਕਰੋ, ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਵਡਿਆਈ ਦੇ ਬਚਨ ਕਹੋ, ਫਿਰ ਸਾਡੇ ਸਤਿਕਾਰਯੋਗ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਦੇ ਬਚਨ ਆਖੋ। ਇਹ ਤੁਹਾਡਾ ਰੋਗ ਠੀਕ ਹੋ ਜਾਏਗਾ, ਤੁਹਾਡੇ ਗਲੇ ਚੱਲ ਪੈਣਗੇ। ਮਹਾਰਾਜ ਦਾ ਹੁਕਮ ਮੰਨ ਕੇ ਕਹਿਣ ਲੱਗੇ, ਠੀਕ ਹੈ ਸਤਿਗੁਰੂ ਜੀ। ਅਸੀਂ ਫਿਰ ਸਤਿਗੁਰਾਂ ਦੀ ਸਿਫਤ ਕਰਦੇ ਹਾਂ। ਇਹ ਫਿਰ 4 ਪੌੜੀਆਂ ਗੁਰੂ ਨਾਨਕ ਸਾਹਿਬ ਔਰ ਗੁਰੂ ਅੰਗਦ ਸਾਹਿਬ ਦੀ ਮਹਿਮਾ ਇਹਨਾਂ ਪੌੜੀਆਂ ਵਿੱਚ ਆ ਰਹੀ ਹੈ ਤੇ ਬਖਸ਼ਿਸ਼ ਕਰਦੇ ਹਨ। ਨਾਮ ਕਰਤਾ ਕਾਦਰ ਕਰੇ। ਕਹਿਣ ਲੱਗੇ ਕਰਤਾ ਜਿਹੜਾ ਅਕਾਲ ਪੁਰਖ ਹੈ ਨਾ, ਕਾਦਰ ਕਹੀਏ ਬੜਾ ਸਮਰੱਥ ਹੈ। ਕਾਦਰ ਕਿਹਾ ਜਾਂਦਾ ਸਮਰੱਥ ਨੂੰ। ਜਿਹੜਾ ਕਰਤਾ ਅਕਾਲ ਪੁਰਖ ਹੈ ਨਾ, ਉਹ ਸਮਰੱਥ ਹੈ ਭਾਈ, ਜੋ ਚਾਹਵੇ ਉਹ ਕਰ ਸਕਦਾ ਹੈ। ਅਸੀਂ ਦੁਨੀਆ ਦੇ ਇਨਸਾਨ ਆ, ਕੁਝ ਕੰਮ ਉਹ ਨੇ ਜਿਹੜੇ ਸਾਡੇ ਕੋਲੋਂ ਨਹੀਂ ਹੋਣਗੇ, ਪਰ ਰਾਜੇ ਕਰ ਸਕਦੇ। ਕੁਝ ਕੰਮ ਉਹ ਨੇ ਜਿਹੜੇ ਰਾਜਿਆਂ ਕੋਲੋਂ ਵੀ ਨਹੀਂ ਹੋ ਸਕਦੇ, ਪਰ ਦੇਵਤੇ ਕਰ ਸਕਦੇ। ਕੁਝ ਕੰਮ ਉਹ ਨੇ ਜਿਹੜੇ ਦੇਵਤੇ ਵੀ ਨਹੀਂ ਕਰ ਸਕਦੇ, ਪਰ ਪਰਮੇਸ਼ਰ ਐਸਾ ਹੈ, ਉਹ ਜੋ ਚਾਹਵੇ ਉਹ ਕਰ ਸਕਦਾ, ਉਹ ਸਮਰੱਥ ਹੈ। ਉਸ ਦੀ ਮਹਿਮਾ ਹੀ ਇੰਨੀ ਵੱਡੀ ਹੈ। ਮਹਾਰਾਜ ਕਹਿਣ ਲੱਗੇ ਕਰਤਾ ਜੋ ਅਕਾਲ ਪੁਰਖ ਦੁਨੀਆ ਬਣਾਉਣ ਵਾਲਾ ਹੈ, ਕਾਦਰ ਕਹੀਏ ਬੜਾ ਭਾਰੀ ਸਮਰੱਥ ਹੈ, ਤੇ ਜਿਸ ਦੇ ਉੱਪਰ ਬਖਸ਼ਿਸ਼ ਕਰੇ ਉਹਦਾ ਨਾਉ ਕਾਦਰ, ਨਾਉ ਕਹੀਏ ਨਾਮ, ਉਹਦਾ ਨਾਮ ਆਪਣੇ ਵਰਗਾ ਹੀ ਕਰ ਦਿੰਦਾ ਹੈ। ਪਰਮਾਤਮਾ ਐਸਾ ਹੈ ਜਿਹੜਾ ਖੁਦ ਸਮਰੱਥ ਹੈ, ਜਿਹੜਾ ਉਹਦੇ ਨਾਲ ਜੁੜ ਜਾਵੇ ਉਸ ਦਾ ਨਾਮ ਵੀ ਉਹ ਆਪਣੇ ਵਰਗਾ ਹੀ ਕਰ ਦਿੰਦਾ ਹੈ। ਜਿਵੇਂ ਪਰਮੇਸ਼ਰ ਦਾ ਨਾਮ ਜਪ ਕੇ ਜੀਵਨ ਸਫਲਾ ਹੁੰਦਾ ਨਾ, ਐਸੇ ਤਰ੍ਹਾਂ ਗੁਰਮੁਖੋ ਜੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਨਾਮ ਜਪੋਗੇ ਨਾ, ਤਾਂ ਵੀ ਜੀਵਨ ਸਫਲਾ ਹੋ ਜਾਣਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣਾ ਵੀ ਸਿਮਰਨ ਹੈ। ਜਦੋਂ ਅਸੀਂ ਆਖਦੇ ਹਾਂ ਨਾ ਧੰਨ ਗੁਰੂ ਨਾਨਕ, ਇਹ ਅਸੀਂ ਸਿਮਰਨ ਕਰ ਲਿਆ ਹੈ। ਜਿਵੇਂ ਆਪਾਂ ਆਖਦੇ ਨਾ ਵਾਹਿਗੁਰੂ ਵਾਹਿਗੁਰੂ, ਗੁਰੂ ਨਾਨਕ ਸਾਹਿਬ ਜੀ ਕਹਿਣਾ ਇਹ ਵੀ ਸਿਮਰਨ ਕਰਨਾ ਹੈ। ਇੱਥੇ ਭੱਟ ਜਨ ਇਹ ਰਾਗੀ ਸਿੰਘ ਬਚਨ ਕਰਦੇ ਪਏ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਉਹ ਜੋ ਕਰਤਾ ਅਕਾਲ ਪੁਰਖ ਹੈ ਨਾ, ਉਹਦੇ ਨਾਮ ਦੇ ਤੁਲ ਬਰਾਬਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਹੈ। ਜਿਹੜੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣਗੇ ਉਹ ਵੀ ਭਾਈ ਤਰ ਜਾਣਗੇ, ਉਹਨਾਂ ਦੇ ਉੱਪਰ ਵੀ ਐਸੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਕਿਉਂ ਬੋਲ ਹੋਵੇ ਜੋਖੀਮ ਦੇ। ਸਤਿਗੁਰੂ ਪਾਤਸ਼ਾਹ ਜੀ ਜੋ ਉਹਨਾਂ ਦੇ ਬੋਲ ਬਚਨ ਹੁੰਦੇ ਨੇ ਜੋਖੀਮ ਦੇ, ਉਹ ਕਿਸ ਤਰ੍ਹਾਂ ਜੋਖੇ ਜਾ ਸਕਦੇ? ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਕਿਵੇਂ ਜੋਖਿਆ ਜਾ ਸਕਦਾ, ਤੋਲਿਆ ਕਿਵੇਂ ਜਾ ਸਕਦਾ? ਨਹੀਂ, ਵੱਡੇ ਸਤਿਗੁਰਾਂ ਦੇ ਬਚਨ ਕਿਸੇ ਗਿਣਤੀ ਮਿਣਤੀ ਵਿੱਚ ਆਉਂਦੇ ਹੀ ਨਹੀਂ। ਗਿਣਤੀਆਂ ਮਿਣਤੀਆਂ ਖਤਮ ਹੋ ਜਾਂਦੀਆਂ। ਸਤਿਗੁਰੂ ਵੱਡਿਆਂ ਦੇ ਬਚਨ ਕਿਵੇਂ ਜੋਖ ਲਈਏ, ਕਿਵੇਂ ਤੋਲ ਲਈਏ? ਨਹੀਂ, ਉਹਨਾਂ ਦੇ ਬਚਨ ਕਿਸੇ ਤੋਲ ਤਕੜੇ ਵਿੱਚ ਨਹੀਂ ਆਉਂਦੇ ਹਨ, ਕਦੇ ਵੀ ਜੋਖੇ ਨਹੀਂ ਜਾ ਸਕਦੇ। ਐਸੇ ਵੱਡੇ ਬਚਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ, ਜਿਹੜੇ ਕਿਸੇ ਤਰੀਕੇ ਦੇ ਨਾਲ ਵੀ ਤੋਲੇ ਨਹੀਂ ਜਾਂਦੇ, ਐਸੇ ਮਹਾਰਾਜ ਦੇ ਬਚਨ ਫਿਰ ਫਰਮਾਉਂਦੇ ਹਨ। ਨਾਉ ਕਰਤਾ ਕਾਦਰ ਕਰੈ, ਕਿਉਂ ਬੋਲ ਹੋਵੇ ਜੋਖੀਮ ਦਾ। ਜੋਖੀਮ ਦਾ ਤੋਂ ਭਾਵ ਹੈ ਗੁਰਮੁਖੋ ਸਹਾਰੇ ਜਾਣ ਵਾਲੇ,
ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਜਿਹੜੇ ਬਚਨ ਹਨ ਉਹ ਬੜੇ ਭਾਰੀ ਔਖੇ ਨੇ, ਸਹਾਰੇ ਨਹੀਂ ਜਾਂਦੇ। ਹਰੇਕ ਬੰਦਾ ਨਹੀਂ ਸਹਾਰ ਸਕਦਾ। ਗੁਰੂ ਨਾਨਕ ਸਾਹਿਬ ਦੇ ਬਚਨ ਸਹਿਣੇ ਸੌਖੇ ਥੋੜ੍ਹੀ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਇਤਿਹਾਸ ਦੇ ਵਿੱਚ ਸਾਖੀ ਆਉਂਦੀ ਹੈ ਭਾਈ ਭਗੀਰਥ ਜੀ ਅਤੇ ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਸਧਾਰਨ ਜੀ ਅਤੇ ਭਾਈ ਲਹਿਣਾ ਸਾਹਿਬ ਜੀ, ਇਹ 4 ਸਿੱਖ ਮਹਾਰਾਜ ਦੇ ਨਾਲ ਚੱਲ ਪਏ। ਸਾਖੀ ਤੇ ਗੁਰਮੁਖੋ ਬੜੀ ਲੰਮੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਤੋਂ ਚੱਲੇ ਨਾ ਧਾਨਕ ਰੂਪ ਰਹਾ ਕਰਤਾਰ। ਮਹਾਰਾਜ ਨੇ ਇਕੱਲਾ ਆਪਣੇ ਲੱਕ ਦੇ ਨਾਲ ਇੱਕ ਚਾਦਰਾ ਬੰਨ੍ਹ ਲਿਆ ਅਤੇ ਆਪਣਾ ਪਿੰਡਾ ਨੰਗਾ ਕਰ ਲਿਆ, ਸਿਰ 'ਤੇ ਛੋਟੀ ਜਿਹੀ ਦਸਤਾਰ ਸਜਾ ਲਈ ਮਹਾਰਾਜ ਨੇ, ਅਤੇ ਹੱਥ ਵਿੱਚ ਇੱਕ ਲੱਕੜ ਦਾ ਡੰਡਾ ਫੜ ਲਿਆ, ਕੁੱਤਕਾ ਫੜ ਲਿਆ। ਕੁਝ ਕੁੱਤੇ ਅਤੇ ਕੁੱਤੀਆਂ, ਏਕ ਸਵਾਨ ਦੋਏ ਸਵਾਨੀ ਨਾਲ ਧਾਨਕ ਰੂਪ ਰਹਾ ਕਰਤਾਰ। ਏਕ ਸਵਾਨ ਇੱਕ ਕੁੱਤਾ, ਦੋਏ ਸਵਾਨੀ 2 ਕੁੱਤੀਆਂ, ਇਹੋ ਜਿਹਾ ਰੂਪ ਬਣਾ ਲਿਆ। ਮਹਾਰਾਜ ਚੱਲ ਪਏ। ਜਿਹੜਾ ਮਗਰ ਆਵੇ ਸਤਿਗੁਰੂ ਡੰਡਾ ਮਾਰ ਕੇ ਭਜਾ ਦਿਆ ਕਰ। ਕੁਝ ਐਸੇ ਸਨ ਜਿਹੜੇ ਮਾਰ ਤੋਂ ਡਰ ਕੇ ਭੱਜ ਗਏ, ਸਤਿਗੁਰੂ ਅੱਜ ਕੁੱਟਦੇ ਪਏ, ਚਲੋ ਭੱਜ ਚਲੀਏ, ਅੱਜ ਨਹੀਂ ਇਹਨਾਂ ਦੇ ਕੋਲ ਆਉਣਾ। ਕੁਝ ਫਿਰ ਵੀ ਐਸੇ ਨਿਮੀ ਪ੍ਰੇਮੀ ਸਨ ਵੀ ਚਲੋ ਕੋਈ ਗੱਲ ਨਹੀਂ, ਮਹਾਰਾਜ ਦੇ ਡੰਡੇ ਖਾਣ ਵਿੱਚ ਹੀ ਭਲਾ ਪਾਪ ਕੱਟੇ ਜਾਣਗੇ, ਚੱਲ ਪਏ। ਕੁਝ ਸੰਗਤਾਂ ਚੱਲ ਪਈ। ਸਤਿਗੁਰਾਂ ਨੇ ਬੇਅੰਤ ਮਾਇਆ ਵਿਖਾ ਦਿੱਤੀ, ਧਰਤੀ 'ਤੇ ਖਿਲਰੀ ਹੋਈ। ਆਖਿਆ ਜਿਹਨੂੰ ਚਾਹੀਦੀ ਹੈ ਲੈ ਜਾਵੋ। ਕੁਝ ਐਸੇ ਸਨ ਉਹਨਾਂ ਨੇ ਆਖਿਆ ਗੁਰੂ ਨਾਨਕ ਸਾਹਿਬ ਦਾ ਦਿਦਾਰਾ ਫਿਰ ਕਰ ਲਵਾਂਗੇ, ਪਹਿਲਾਂ ਆਹ ਪੰਡਾਂ ਭਰ ਲਈਏ। ਮਾਇਆ ਦੀਆਂ ਪੰਡਾਂ ਭਰ ਕੇ ਕੋਈ ਚਲੇ ਗਏ। ਥੋੜ੍ਹੇ ਸਿੱਖ ਨਾਲ ਰਹਿ ਗਏ। ਅੱਗੇ ਸੋਨਾ ਦਿਖਾ ਦਿੱਤਾ, ਫਿਰ ਥੋੜ੍ਹਿਆਂ ਵਿੱਚੋਂ ਹੋਰ ਥੋੜ੍ਹੇ ਰਹਿ ਗਏ, ਕੁਝ ਸੋਨਾ ਲੈ ਕੇ ਤੁਰ ਪਏ। ਅੱਗੇ ਜਾ ਕੇ ਹੀਰੇ ਮੋਤੀ ਵਿਖਾ ਦਿੱਤੇ, ਬਾਕੀ ਸਾਰੇ ਹੀ ਚਲੇ ਗਏ। ਕੇਵਲ 4 ਸਿੱਖ ਰਹਿ ਗਏ ਮਹਾਰਾਜ ਦੇ ਨਾਲ, ਬਾਬਾ ਬੁੱਢਾ ਸਾਹਿਬ ਜੀ, ਭਾਈ ਲਹਿਣਾ ਜੀ, ਭਾਈ ਭਗੀਰਥ ਜੀ ਅਤੇ ਭਾਈ ਸਧਾਰਨ। ਮਹਾਰਾਜ ਅੱਗੇ ਜੰਗਲ ਵਿੱਚ ਚਲੇ ਗਏ। ਕਹਿਣ ਲੱਗੇ ਭਾਈ ਤੁਸੀਂ ਨਹੀਂ ਗਏ? ਕਹਿੰਦੇ ਸਤਿਗੁਰੂ ਤੁਹਾਡਾ ਸਾਥ ਅਸੀਂ ਛੱਡ ਹੀ ਨਹੀਂ ਸਕਦੇ, ਸਾਨੂੰ ਆਪਣੇ ਨਾਲ ਹੀ ਰੱਖੋ। ਜਦੋਂ ਇਹ ਬਚਨ ਆਖਿਆ ਨਾ ਵੀ ਨਾਲ ਹੀ ਰੱਖੋ, ਫਿਰ ਪਾਤਸ਼ਾਹ ਕਹਿੰਦੇ ਸਾਡਾ ਬਚਨ ਮੰਨੋਗੇ? ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਕਹਿਣ ਲੱਗੇ ਜੀ ਮੰਨਾਂਗੇ, ਆਪ ਜੀ ਹੁਕਮ ਤੇ ਕਰੋ। ਕਹਿੰਦੇ ਫਿਰ ਆ ਜੰਗਲ ਵਿੱਚ ਮੁਰਦਾ ਪਿਆ, ਇਹਨੂੰ ਖਾ ਲਵਾਂ। ਬਾਬਾ ਬੁੱਢਾ ਸਾਹਿਬ ਜੀ ਕਥਾ ਸੁਣਾਉਂਦੇ ਆ, ਬਚਨ ਕਰਦੇ, ਜਦੋਂ ਗੁਰੂ ਨਾਨਕ ਸਾਹਿਬ ਨੇ ਬਚਨ ਆਖੇ ਨਾ ਵੀ ਇਹ ਮੁਰਦਾ ਪਿਆ ਤੇ ਇਹਨੂੰ ਖਾਓ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਇੱਧਰ ਉੱਧਰ ਝਾੜੀਆਂ ਦੇ ਓਹਲੇ ਹੋ ਗਏ ਵੀ ਚਲੋ ਸਮਾਂ ਲੰਘ ਜਾਵੇ। ਤੇ ਫਿਰ ਭਾਈ ਲਹਿਣਾ ਸਾਹਿਬ ਜੀ ਖਲੋਤੇ ਰਹੇ। ਮਹਾਰਾਜ ਕਹਿਣ ਲੱਗੇ ਪੁਰਖਾ ਬਚਨ ਨਹੀਂ ਸੁਣਿਆ? ਕਹਿਣ ਲੱਗਾ ਜੀ ਸੁਣਿਆ ਹੈ। ਭਾਈ ਲਹਿਣਾ ਸਾਹਿਬ ਜੀ ਝਾਟੀ ਚੱਲ ਪਿਆ ਜਿਸ ਪਾਸੇ ਮੁਰਦਾ ਪਿਆ। ਮੁਰਦੇ ਦੀਆਂ ਪਰਿਕਰਮਾ ਕਰੀ ਜਾਣ ਜਿਵੇਂ ਲਾਵਾਂ ਲਈ ਦੀ। ਸਤਿਗੁਰਾਂ ਨੇ ਵੇਖਿਆ, ਕਹਿਣ ਲੱਗੇ ਭਾਈ ਪੁਰਖਾ ਨਹੀਂ ਖਾਧਾ ਮੁਰਦਾ, 4 ਚੁਫੇਰੇ ਕਿਉਂ ਫਿਰਦਾ ਪਿਆ? ਭਾਈ ਲਹਿਣਾ ਸਾਹਿਬ ਜੀ ਕਹਿੰਦੇ ਮਹਾਰਾਜ ਆਪ ਜੀ ਦਾ ਹੁਕਮ ਨਹੀਂ ਹੋਇਆ ਵੀ ਕਿਹੜੇ ਪਾਸਿਓਂ ਖਾਵਾਂ, ਪੈਰਾਂ ਵਾਲੇ ਪਾਸਿਓਂ ਕਿ ਸਿਰ ਵਾਲੇ ਪਾਸਿਓਂ? ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਪੈਰਾਂ ਵਾਲੇ ਪਾਸਿਓਂ ਖਾ ਲਵਾਂ। ਬਚਨ ਮੰਨ ਕੇ ਮੁਰਦੇ ਦੇ ਪੈਰਾਂ ਵਾਲੇ ਪਾਸੇ ਬੈਠੇ, ਚਾਦਰ ਚੁੱਕੀ ਹੈ, ਬਚਨ ਮੰਨ ਕੇ ਖਾਣ ਵਾਸਤੇ। ਕਹਿਣ ਲੱਗੇ ਉਸ ਚਾਦਰ ਦੇ ਥੱਲੇ ਤਿਹਾਵਲ ਕੜਾਹ ਪ੍ਰਸ਼ਾਦ ਹੈ। ਗਲੇ ਸੋ ਨਿਹਾਲ। ਇੱਥੇ ਬਚਨ ਆ ਗਿਆ। ਕਹਿਣ ਲੱਗੇ ਕਿ ਕਿਉਂ ਬੋਲ ਹੋਵੇ ਜੋ ਖੀਵਦਾ। ਗੁਰੂ ਨਾਨਕ ਸਾਹਿਬ ਦੇ ਬਚਨ ਸਹਾਰੇ ਥੋੜ੍ਹੀ ਜਾਂਦੇ। ਕੁਝ ਤੇ ਪੈਸੇ ਲੈ ਕੇ ਮੁੜ ਗਏ, ਕੁਝ ਝਾੜੀਆਂ ਦੇ ਓਹਲੇ ਹੋ ਗਏ, ਪਰ ਉਹ ਬਚਨ ਕਿੰਨੇ ਸਹਾਰੇ? ਉਹ ਬਚਨ ਸਹਾਰੇ ਵੀ ਗੁਰੂ ਨਾਨਕ ਸਾਹਿਬ ਨੇ, ਕਿਉਂਕਿ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣੇ, ਔਰ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਇੱਕੋ ਰੂਪ ਹੀ ਨੇ। ਮਹਾਰਾਜ ਤੁਹਾਡੇ ਬਚਨ ਦੁਨੀਆ ਦਾ ਬੰਦਾ ਕੋਈ ਨਹੀਂ ਸਹਾਰ ਸਕਦਾ ਹੈ, ਤੁਹਾਡੇ ਬਚਨ ਵੀ ਤੁਸੀਂ ਸਹਾਰ ਸਕਦੇ। ਭਾਈ ਲਹਿਣਾ ਸਾਹਿਬ ਦੇ ਰੂਪ ਦੇ ਵਿੱਚ ਹੋ ਕੇ ਜਦੋਂ ਆਪ ਮੁਰਦਾ ਖਾਨ ਦੀ ਗੱਲ ਕਰਦੇ ਹੋ, ਸਾਰੇ ਆਸੇ ਪਾਸੇ ਇੱਧਰ ਉੱਧਰ ਚਲੇ ਜਾਂਦੇ, ਪਰ ਪਾਤਸ਼ਾਹ ਜੀ ਆਪ ਜੀਆਂ ਦੇ ਬਚਨ ਦੇ ਸਹਾਰੇ ਉਹ ਆਪ ਨੇ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਸਹਾਰ ਲਏ। ਐਸੇ ਨੇ ਗੁਰੂ ਨਾਨਕ ਸਾਹਿਬ ਦੇ ਬਚਨ, ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਆਪਣੇ ਵਰਗਾ ਹੀ ਕਰ ਲਿਆ ਹੈ। ਪਰਮੇਸ਼ਰ ਦਾ ਰੂਪ ਹੀ ਨੇ ਗੁਰੂ ਨਾਨਕ ਸਾਹਿਬ। ਕਿਉਂ ਬੋਲ ਹੋਵੇ ਜੋ ਖੀਵਦਾ, ਉਹਨਾਂ ਦੇ ਬਚਨ ਕਿਵੇਂ ਸਹਾਰੇ ਜਾ ਸਕਦੇ ਨੇ? ਕੋਈ ਉਹਨਾਂ ਦੇ ਬਚਨ ਸਹਿ ਨਹੀਂ ਸਕਦਾ। ਇਹ ਤਾਂ ਭਾਈ ਲਹਿਣੇ ਉੱਪਰ ਬਖਸ਼ਿਸ਼ ਕਰਦੇ ਤਾਂ ਬਚਨ ਸਹਾਰ ਲੈਂਦੇ। ਇਸੇ ਪੰਕਤੀ ਨੂੰ ਫਿਰ ਫਰਮਾਉਂਦੇ ਹਨ, ਨਾਉ ਕਰਤਾ ਕਾਦਰ ਕਰੈ, ਕਿਉਂ ਬੋਲ ਹੋਵੇ ਜੋ ਖੀਵਦਾ। ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਨੂੰ ਆਪਣੇ ਵਰਗਾ ਪਰਮੇਸ਼ਰ ਨੇ ਨਾਮ ਦਿੱਤਾ।
ਗੁਰੂ ਨਾਨਕ ਸਾਹਿਬ ਜੀ ਦਾ ਨਾਮ ਪਰਮੇਸ਼ਰ ਦੇ ਬਰਾਬਰ ਹੀ ਹੈ, ਪਰ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਕਰਦੇ ਨਾ, ਕਿਉਂ ਬੋਲ ਹੋਵੇ, ਜਿਹੜੇ ਬੋਲ ਬਚਨ ਗੁਰੂ ਨਾਨਕ ਸਾਹਿਬ ਦੇ ਹੋ ਜਾਣ, ਕਿਉਂ ਖੀਵਦਾ, ਉਹ ਬਚਨ ਫਿਰ ਨਾਸ ਨਹੀਂ ਹੋ ਸਕਦੇ, ਪੂਰੇ ਹੋ ਕੇ ਰਹਿੰਦੇ। ਗੁਰੂ ਨਾਨਕ ਸਾਹਿਬ ਨੇ ਜਿਹੜਾ ਬਚਨ ਕਹਿ ਦਿੱਤਾ ਨਾ, ਉਹ ਬਚਨ ਪੂਰਾ ਹੋ ਕੇ ਰਹਿੰਦਾ, ਕਦੇ ਨਿਸਫਲ ਨਹੀਂ ਜਾਂਦਾ ਹੈ। ਇਤਿਹਾਸ ਵਿੱਚ ਬਚਨ ਆਉਂਦਾ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਯਾਤਰਾ ਕਰਦਿਆਂ ਬਾਹਰ ਖੇਤਾਂ ਵਿੱਚ ਬੈਠੇ ਹੋਏ, ਇੱਕ ਬਾਲਕ ਆ ਗਿਆ। ਉਸਨੇ ਵੇਖਿਆ ਵੀ ਇਹ 3 ਸਾਧੂ ਬੈਠੇ, ਭੁੱਖ ਲੱਗੀ ਹੋਵੇਗੀ। ਗੁਰਮੁਖੋ ਛੋਲਿਆਂ ਦਾ ਖੇਤ ਹੈ, ਕੁਝ ਛੋਲੇ ਪੱਟ ਕੇ ਆਪਣੇ ਖੇਤ ਵਿੱਚੋਂ ਥੋੜ੍ਹੇ ਜਿਹੇ ਭੁੰਨ ਕੇ ਅੱਗ ਦੇ ਉੱਪਰ ਮਹਾਰਾਜ ਦੇ ਸਾਹਮਣੇ ਲਿਆ ਕੇ ਰੱਖ ਦਿੱਤੇ। ਭਾਈ ਮਰਦਾਨਾ ਜੀ ਨੇ ਉਹ ਸਾਰੇ ਹੀ ਛਕ ਲਏ, ਭੁੱਖ ਲੱਗੀ ਹੈ। ਬਾਲਕ ਨੇ ਸਮਝਿਆ ਕਿ ਇਹਨਾਂ ਸਾਰਿਆਂ ਨੂੰ ਭੁੱਖ ਲੱਗੀ ਹੈ, ਵੀ ਇੱਕ ਹੀ ਵਿਅਕਤੀ ਨੇ ਸਾਰੇ ਛਕ ਲਏ ਨੇ, ਦੂਜਿਆਂ ਨੂੰ ਵੀ ਤਾਂ ਭੁੱਖ ਲੱਗੀ ਹੋਵੇਗੀ। ਮੈਂ ਆਪਣੇ ਘਰ ਜਾਂਦਾ ਹਾਂ, ਇਹਨਾਂ ਵਾਸਤੇ ਰੋਟੀ ਲੈ ਕੇ ਆਵਾਂਗਾ, ਨਾਲੇ ਬਿਸਤਰਾ ਲੈ ਕੇ ਆਵਾਂਗਾ। ਪਹਿਲਾਂ ਉਸਨੇ ਕੁਝ ਕੱਖ ਵਿਛਾ ਦਿੱਤੇ ਸਨ ਸਤਿਗੁਰਾਂ ਦੇ ਬੈਠਣ ਵਾਸਤੇ। ਸਤਿਗੁਰਾਂ ਨੇ ਪੁੱਛਿਆ, ਭਾਈ ਬਾਲਕ ਕਿੱਧਰ ਚੱਲਿਆ? ਬੱਚੇ ਕਹਿਣ ਲੱਗਾ, ਮਹਾਰਾਜ ਤੁਹਾਨੂੰ ਭੁੱਖ ਲੱਗੀ ਹੈ, ਮੈਂ ਪ੍ਰਸ਼ਾਦਾ ਲੈਣ ਵਾਸਤੇ ਚੱਲਿਆ, ਨਾਲੇ ਬਿਸਤਰਾ ਲੈ ਕੇ ਆਵਾਂ ਤੁਹਾਡੇ ਵਾਸਤੇ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਆਖਿਆ, ਕਹਿਣ ਲੱਗੇ, ਸੱਥਰ ਤੇਰਾ ਲੇਫ ਨਿਹਾਲੀ, ਇਹ ਜਿਹੜੇ ਕੱਖ ਵਿਛਾਏ ਨਾ ਪੁੱਤਰਾ, ਇਹ ਤੇਰਾ ਬਿਸਤਰਾ ਹੀ ਹੈ ਸਾਡੇ ਵਾਸਤੇ। ਭਾਉ ਤੇਰਾ ਪਕਵਾਨ, ਜਿਹੜਾ ਤੂੰ ਸਾਨੂੰ ਇੰਨਾ ਪ੍ਰੇਮ ਕੀਤਾ, ਤੂੰ ਸਾਨੂੰ ਜਾਣਦਾ ਨਹੀਂ, ਤੇਰੀ ਉਮਰਾਂ ਵੀ ਛੋਟੀ ਹੈ, ਫਿਰ ਵੀ ਤੂੰ ਆਪਣੇ ਖੇਤਾਂ ਵਿੱਚੋਂ ਛੋਲੇ ਪੱਟ ਕੇ ਸਾਨੂੰ ਖਵਾਏ, ਹੋਰ ਸਾਡੇ ਵਾਸਤੇ ਪ੍ਰਸ਼ਾਦਾ ਵੀ ਲੈਣ ਵਾਸਤੇ ਚੱਲਿਆ। ਇਹ ਜਿਹੜਾ ਤੂੰ ਸਾਡੇ ਨਾਲ ਪ੍ਰੇਮ ਕੀਤਾ, ਇਹ ਤੇਰਾ ਭੋਜਨ ਹੀ ਹੈ। ਨਾਨਕ ਸਿਫਤੀ ਰਜਿਆ, ਅਸੀਂ ਤੇ ਉਹਦੀ ਸਿਫਤ ਵਿੱਚ ਰਜੇ ਹੋਏ ਹਾਂ। ਇਹ ਪੁੱਤਰਾ ਸਾਨੂੰ ਭੁੱਖ ਲੱਗਦੀ ਨਹੀਂ ਹੈ, ਆਓ ਬਹੋ ਸੁਲਤਾਨ, ਇਹ ਬਾਦਸ਼ਾਹ ਬੈਠ ਸਾਡੇ ਕੋਲ ਆ ਕੇ। ਇਸ ਤਰ੍ਹਾਂ ਆਪਣੇ ਕੋਲ ਬਿਠਾ ਲਿਆ। ਜਦੋਂ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਕਹਿਣ ਲੱਗੇ, ਜਾ ਤੂੰ ਹੁਣ ਆਪਣੇ ਘਰ ਨੂੰ ਚਲੇ ਜਾਣਾ ਘਰ। ਇਹ ਬਾਲਕ ਉੱਠ ਕੇ ਆਪਣੇ ਘਰ ਨੂੰ ਚੱਲ ਪਿਆ। ਭਾਈ ਬਾਲਾ ਜੀ ਨੇ ਪੁੱਛਿਆ, ਮਹਾਰਾਜ ਆਪ ਜੀਆਂ ਨੇ ਉਸ ਬਾਲਕ ਨੂੰ ਸੁਲਤਾਨ ਆਖਿਆ ਹੈ? ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਾ ਜੀ, ਇਸ ਸ਼ਹਿਰ ਦਾ ਰਾਜਾ ਪੂਰਾ ਹੋ ਗਿਆ ਹੈ, ਉਹਦੇ ਘਰ ਵਿੱਚ ਸੰਤਾਨ ਕੋਈ ਨਹੀਂ ਹੈ, ਪੁੱਤਰ ਕੋਈ ਨਹੀਂ ਹੈ। ਉਹਦੇ ਵਜ਼ੀਰਾਂ ਨੇ ਮਿਲ ਕੇ ਸਲਾਹ ਕੀਤੀ ਹੈ, ਜਿਹੜਾ ਸਭ ਤੋਂ ਪਹਿਲਾਂ ਬਾਹਰੋਂ ਦਰਵਾਜ਼ੇ ਦੇ ਅੰਦਰ ਆਵੇਗਾ, ਉਸ ਨੂੰ ਅਸੀਂ ਆਪਣਾ ਰਾਜਾ ਮੰਨ ਲਵਾਂਗੇ। ਇਸ ਨੂੰ ਅਸੀਂ ਅੰਮ੍ਰਿਤ ਵੇਲੇ ਹੁਣ ਤਾਂ ਘਰ ਨੂੰ ਭੇਜਿਆ, ਇਹ ਸਭ ਤੋਂ ਪਹਿਲਾਂ ਦਰਵਾਜ਼ੇ ਵਿੱਚੋਂ ਲੰਘੇਗਾ ਤੇ ਰਾਜ ਭਾਗ ਦਾ ਮਾਲਕ ਬਣੇਗਾ। ਇਸ ਤਰ੍ਹਾਂ ਸਾਡੇ ਬਚਨ ਜਿਹੜੇ ਨੇ ਉਹ ਪੂਰੇ ਹੋਣੇ ਹਨ। ਇਸ ਤਰ੍ਹਾਂ ਪਾਤਸ਼ਾਹ ਜੀਆਂ ਨੇ ਉਸ ਬਾਲਕ ਨੂੰ ਰਾਜਾ ਬਣਾਇਆ। ਮਹਾਰਾਜ ਕਹਿਣ ਲੱਗੇ, ਭਾਈ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਬਚਨ ਹੋਣ ਤੇ ਜੋ ਖੀਵਦਾ ਉਹ ਫਿਰ ਨਿਸਫਲ ਨਹੀਂ ਜਾਂਦੇ, ਪੂਰੇ ਹੀ ਹੁੰਦੇ। ਜੇ ਬੱਚੇ ਨੂੰ ਰਾਜਾ ਕਿਹਾ ਤੇ ਰਾਜਾ ਬਣਾ ਵੀ ਦਿੱਤਾ ਹੈ। ਐਸੇ ਆਪ ਜੀ ਦੇ ਬਚਨਾਂ ਵਿੱਚ ਸਮਰੱਥਾ ਹੈ। ਦੇ ਗੁਣਾ 7 ਭੈਣ ਭਰਾਵ ਹੈ। ਦੇ ਗੁਣਾ ਜਿਹੜੇ ਦੈਵੀ ਗੁਣ ਨੇ, ਦੈਵੀ ਗੁਣ ਕਿਹੜੇ ਨੇ? 7 ਸੰਤੋਖ, ਦਇਆ, ਧਰਮ। ਮਹਾਰਾਜ ਇਹ ਸਾਰੇ ਤੁਹਾਡੇ ਭਰਾ ਹੀ ਨੇ। ਗੁਰੂ ਨਾਨਕ ਸਾਹਿਬ ਦੇ ਭਰਾ ਕੌਣ ਨੇ? 7 ਸੰਤੋਖ, ਦਇਆ, ਧਰਮ। ਇਹ ਪਾਤਸ਼ਾਹ ਤੁਹਾਡੇ ਭਰਾ ਹਨ। ਮਹਾਰਾਜ ਜੀ ਦੀਆਂ ਭੈਣਾਂ ਕੌਣ ਨੇ? ਦੇ ਗੁਣਾ 7 ਭੈਣ। ਮਹਾਰਾਜ ਜੀਆਂ ਦੀ ਭੈਣ ਕੌਣ ਹੈ? ਕਹਿਣ ਲੱਗੇ, ਮਹਾਰਾਜ ਜੀਆਂ ਦੀ ਭੈਣ ਹੈ ਕਰੁਣਾ, ਮੈਤਰੀ, ਮੁਦਤਾ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਤੁਹਾਡੀਆਂ ਭੈਣਾਂ ਹਨ। ਕਰੁਣਾ ਕਹੀਏ ਕਿਰਪਾ ਕਰਨੀ, ਇਸੇ ਤਰ੍ਹਾਂ 7 ਰੱਖਣਾ, ਸੰਤੋਖ ਰੱਖਣਾ। ਇਹ ਸਾਰੇ ਗੁਣ ਆਪ ਜੀਆਂ ਦੇ ਭੈਣ ਭਰਾ ਹਨ। ਪਾਰੰਗਤ ਦਾਨ ਪੜੀਂਦਾ। ਸਤਿਗੁਰੂ ਪਾਤਸ਼ਾਹ ਜੀਓ, ਆਪ ਜੀਆਂ ਦੇ ਘਰ ਦੇ ਵਿੱਚ ਪਾਰੰਗਤ ਕਹੀਏ ਮੁਕਤੀ ਦਾ ਦਾਨ ਪੜਿਆ ਜਾ ਰਿਹਾ ਹੈ। ਜਿਹੜਾ ਵੀ ਆਪ ਜੀ ਦੀ ਸੰਗਤ ਵਿੱਚ ਚੱਲ ਕੇ ਆਉਂਦਾ ਹੈ, ਇੱਥੋਂ ਉਸ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਉਹ ਮੁਕਤ ਹੋ ਜਾਂਦਾ ਹੈ, ਕਿਉਂਕਿ ਤੁਹਾਡੇ ਘਰ ਤੋਂ ਬਿਨਾਂ ਮੁਕਤੀ ਮਿਲਦੀ ਨਹੀਂ ਹੈ। ਮਹਾਰਾਜ ਜੀ ਸੰਤੋਖਾ ਨਾਮ ਦਾ ਇੱਕ ਰਿਸ਼ੀ ਹੋਇਆ, ਆਪਣੇ ਗੁਰੂ ਨੂੰ ਕਹਿਣ ਲੱਗਾ, ਗੁਰੂ ਜੀ ਮੁਕਤੀ ਮੈਨੂੰ ਦਿਓ, ਮੈਨੂੰ ਮੁਕਤੀ ਚਾਹੀਦੀ ਹੈ। ਗੁਰੂ ਨੇ ਆਖਿਆ, ਐ ਸੰਤੋਖੇ ਰਿਖੀ, ਮੁਕਤੀ ਮਿਲ ਹੀ ਨਹੀਂ ਸਕਦੀ ਹੈ। ਸੱਚਖੰਡ ਦਾ ਦਰਵਾਜ਼ਾ ਬੰਦ ਹੈ। ਜੇ ਮੁਕਤ ਹੋਣਾ ਚਾਹਣਾ, ਤੈਨੂੰ ਗੁਰੂ ਨਾਨਕ ਸਾਹਿਬ ਜੀ ਦਾ ਇੰਤਜ਼ਾਰ ਕਰਨਾ ਪਵੇਗਾ। ਜਦੋਂ ਸੱਚਖੰਡ ਤੋਂ ਆ ਕੇ ਅਵਤਾਰ ਲੈਣਗੇ, ਉਸ ਵੇਲੇ ਸੱਚਖੰਡ ਦੇ ਦਰਵਾਜ਼ੇ ਖੁੱਲ੍ਹਣਗੇ, ਮੁਕਤੀ ਫਿਰ ਮਿਲੇਗੀ। ਫਿਰ ਮੈਨੂੰ ਇਸ ਤਰ੍ਹਾਂ ਕਿਰਪਾ ਕਰੋ, ਮੈਂ ਉਹਨਾਂ ਦਾ ਦਿਦਾਰਾ ਕਰ ਸਕਾਂ। ਸੰਤੋਖਾ ਰਖੀ ਅੰਮ੍ਰਿਤਸਰ ਦੀ ਧਰਤੀ 'ਤੇ ਕਈ ਯੁੱਗ ਮੱਠ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਦਾ ਇੰਤਜ਼ਾਰ ਕਰਦਾ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ
ਜਦੋਂ ਸੰਤੋਖਸਰ ਨਾਮ ਦਾ ਸਰੋਵਰ ਪਟਵਾਇਆ ਨਾ, ਉਸ ਵਿੱਚੋਂ ਮੱਟ ਨਿਕਲਿਆ, ਮੱਟ ਵਿੱਚੋਂ ਜੋਗੀ ਨਿਕਲਿਆ। ਜੋਗੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਿਦਾਰੇ ਕੀਤੇ, ਉਪਦੇਸ਼ ਲੈ ਕੇ ਤੇ ਮੁਕਤੀ ਦੀ ਦਾਤ ਪ੍ਰਾਪਤ ਕੀਤੀ ਹੈ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀਓ, ਪਾਰੰਗਤ ਤੋਂ ਭਾਵ ਹੈ ਜੋ ਮੁਕਤੀ ਹੈ ਨਾ, ਉਹ ਤੁਹਾਡੇ ਘਰ ਵਿੱਚ ਹੀ ਪੜ੍ਹੀ ਜਾ ਰਹੀ ਹੈ, ਤੁਹਾਡੇ ਘਰ ਵਿੱਚੋਂ ਮੁਕਤੀ ਮਿਲਦੀ ਹੈ। ਐਸਾ ਆਪ ਜੀ ਦਾਨ ਮੁਕਤੀ ਦਾ ਆਪਣੇ ਸਿੱਖਾਂ ਨੂੰ ਦੇਣ ਵਾਲੇ ਹੋ, ਜਾਂ ਤੁਹਾਡਿਆਂ ਸਿੱਖਾਂ ਨੂੰ ਮੁਕਤੀ ਦਾ ਦਾਨ ਪ੍ਰਾਪਤ ਹੁੰਦਾ ਹੈ। ਨਾਨਕ ਰਾਜ ਚਲਾਇਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਗੁਰਤਾ ਗੱਦੀ ਦਾ ਰਾਜ ਗੁਰਮੁਖੋਂ ਚਲਾਇਆ ਹੈ। ਇਹ ਗੁਰਤਾ ਗੱਦੀ ਜੋ ਹੈ, ਇਹ ਪਾਤਸ਼ਾਹ ਆਪ ਜੀ ਨੇ ਰਾਜ ਚਲਾਇਆ ਹੈ। ਸੱਚ ਕੋਟ ਸਤਾਣੀ ਨੀਮ ਦਾ। ਸਤਿਗੁਰੂ ਪਾਤਸ਼ਾਹ ਜੀਓ, ਸੱਚ ਰੂਪੀ ਕਿਲਾ ਹੈ। ਗੁਰਤਾ ਗੱਦੀ ਜਿਹੜੀ ਹੈ ਨਾ, ਇਹ ਤਖਤ ਆਪ ਜੀ ਦਾ, ਅਤੇ ਇਹਦੇ ਤਖਤ ਦੇ ਉੱਪਰ ਜਿਹੜਾ ਕਿਲਾ ਹੈ, ਸੱਚ ਬੋਲਣ ਦਾ ਹੈ। ਮਹਾਰਾਜ ਜੀਆਂ ਦੇ ਬਚਨ ਆਪਾਂ ਪੜ੍ਹਦੇ ਆ ਨਾ, ਸਤਿਗੁਰੂ ਜਦੋਂ ਬਾਬਰ ਬਾਦਸ਼ਾਹ ਆਇਆ, ਮਹਾਰਾਜ ਨੇ ਆਖਿਆ, ਬਾਬਰਾ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਇਹ ਸੱਚ ਬੋਲਣਾ, ਇਹ ਗੁਰੂ ਨਾਨਕ ਮਹਾਰਾਜ ਜੀਆਂ ਦਾ ਸੁਭਾਅ ਹੈ। ਇਹ ਗੁਰੂ ਨਾਨਕ ਦੇ ਘਰ ਦੀ ਇਹ ਪਰੰਪਰਾ ਹੈ। ਸਤਿਗੁਰੂ ਪਾਤਸ਼ਾਹ ਜੀਆਂ ਦੇ ਕੋਲ ਭਾਈ ਲਾਲੋ ਜੀ ਬੈਠੇ ਹੋਏ, ਅਤੇ ਇਸੇ ਤਰ੍ਹਾਂ ਵੱਡਾ ਸ਼ਾਹੂਕਾਰ ਬੈਠਾ ਹੋਇਆ, ਕਹਿਣ ਲੱਗਾ, ਮੇਰੇ ਘਰ ਵਿੱਚ ਭੋਜਨ ਛਕਣਾ ਕਰੋ, ਪੂੜੀਆਂ ਛਕਣਾ ਕਰੋ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਉਹਦੇ ਘਰ ਵਿੱਚ ਗਏ, ਕਹਿਣ ਲੱਗੇ, ਤੇਰਾ ਭੋਜਨ ਪਾਪ ਹੈ, ਗਰੀਬਾਂ ਦਾ ਖੂਨ ਪੀਤਾ, ਗਰੀਬਾਂ ਦਾ ਹੱਕ ਖਾਧਾ, ਮਲਕ ਭਾਗੋ, ਇਹ ਅਸੀਂ ਕਿਵੇਂ ਖਾਈਏ, ਖਾ ਨਹੀਂ ਸਕਦੇ। ਮਹਾਰਾਜ ਮੇਰੇ 'ਤੇ ਤੁਹਮਤ ਲਾਉਂਦੇ ਪਏ ਹੋ, ਇਹ ਮੈਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਜਿਹੜੇ ਤੁਸੀਂ ਕਹਿ ਰਹੇ ਹੋ। ਪਾਤਸ਼ਾਹ ਨੇ ਉਹਦੇ ਭੋਜਨ ਵਿੱਚੋਂ ਖੂਨ ਕੱਢ ਕੇ ਵਿਖਾਇਆ, ਕਹਿਣ ਲੱਗੇ, ਆ ਗਰੀਬਾਂ ਦਾ ਹੱਕ ਮਾਰ ਕੇ ਖਾਧਾ ਹੈ, ਅਸੀਂ ਉਹ ਭੋਜਨ ਖਾ ਕੇ ਆਪਣੇ ਆਪ ਨੂੰ ਪਾਪ ਦਾ ਭਾਗੀ ਨਹੀਂ ਬਣਾਵਾਂਗੇ। ਐਸੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜਿਹੜੇ ਬਾਬਰ ਨੂੰ ਜਾਬਰ ਕਹਿੰਦੇ ਨੇ, ਜਿਹੜੇ ਮਲਕ ਭਾਗੋ ਨੂੰ ਕਹਿੰਦੇ ਤੇਰੀ ਪਾਪ ਦੀ ਰੋਟੀ ਹੈ। ਸਤਿਗੁਰੂ ਪਾਤਸ਼ਾਹ ਜੀ ਐਸਾ ਰਾਜ ਚਲਾਇਆ ਹੈ। ਸੱਚ ਰੂਪੀ ਕਿਲਾ ਹੈ ਮਹਾਰਾਜ ਜੀਆਂ ਦਾ। ਜਿਹੜਾ ਬਚਨ ਬੋਲਦੇ ਸੱਚ ਹੀ ਬੋਲਦੇ, ਝੂਠਾ ਬਚਨ ਨਹੀਂ ਬੋਲਦੇ ਹਨ। ਸੱਚ ਬਚਨ ਬੋਲਣਾ, ਇਹ ਮਹਾਰਾਜ ਨੇ ਕਿਲਾ ਉਸਾਰਿਆ ਹੈ। ਸੱਚ ਕੋਟ ਸਤਾਣੀ ਨੀਮ ਦਾ। ਐਸੇ ਤਰ੍ਹਾਂ ਸਤਾਣੀ ਤੋਂ ਭਾਵ ਸਹਿਤ ਬਲ ਦੇ ਭਗਤੀ ਰੂਪੀ ਕੰਧ ਹੈ। ਕਿਲਾ ਬਣਦਾ ਕਾਹਦਾ? ਗੁਰਮੁਖੋ ਕਿਲਾ ਬਣਦਾ ਕੰਧਾਂ ਦੇ ਨਾਲ। ਗੁਰੂ ਨਾਨਕ ਦੇ ਘਰ ਵਿੱਚ ਕੰਧ ਕਿਹੜੀ ਹੈ? ਭਗਤੀ ਰੂਪੀ ਕੰਧ ਹੈ। ਸੱਚ ਬਚਨ ਬੋਲਣੇ ਇਹ ਕਿਲਾ ਹੈ, ਅਤੇ ਉਸ ਦੇ ਉੱਪਰ ਫਿਰ ਮਹਾਰਾਜ ਇਹ ਗੁਰਤਾ ਗੱਦੀ ਰੂਪੀ ਤਖਤ ਹੈ, ਜਿਹਦੇ ਉੱਪਰ ਬੈਠੇ ਹੋਏ। ਗੁਰਤਾ ਗੱਦੀ ਦੇ ਤਖਤ 'ਤੇ ਬੈਠ ਕੇ ਸੱਚ ਰੂਪੀ ਕਿਲਾ ਬਣਾ ਕੇ ਭਗਤੀ ਦੀਆਂ ਕੰਧਾਂ ਕਰਕੇ, ਤੇ ਮਹਾਰਾਜ ਸਾਹਿਬ ਜੀ ਐਸੀ ਕਿਰਪਾ ਕਰਦੇ, ਸ਼ਰਧਾ ਰੂਪੀ ਨੀਂਹ ਰੱਖੀ ਹੋਈ ਹੈ। ਕੰਧ ਦੇ ਬਣਾਉਣ ਤੋਂ ਪਹਿਲਾਂ ਨੀਂਹ ਰੱਖਣੀ ਪੈਂਦੀ ਹੈ। ਜਿਹੜੀ ਸ਼ਰਧਾ ਰੱਖਣੀ ਗੁਰੂ ਦੇ ਉੱਪਰ, ਇਹ ਨੀਂਹ ਰੱਖੀ ਹੈ। ਗੁਰੂ ਕਿਹਾ, ਸਿੱਖਾ ਜੇ ਤੇਰੇ ਮਨ ਵਿੱਚ ਸ਼ਰਧਾ ਹੀ ਨਹੀਂ ਨਾ ਆਈ, ਤੇ ਤੂੰ ਤੇ ਅਜੇ ਸਿੱਖੀ ਦੀ ਨੀਂਹ ਨਹੀਂ ਰੱਖ ਸਕਿਆ ਹੈ, ਮਹਿਲ ਕਿਵੇਂ ਬਣੇਗਾ ਸਿੱਖੀ ਦਾ? ਸ਼ਰਧਾ ਰੱਖਣੀ, ਇਹ ਨੀਂਹ ਬਣਾਉਣੀ ਹੈ। ਇਸੇ ਤਰ੍ਹਾਂ ਗੁਰਮੁਖੋ ਭਗਤੀ ਕਰਨੀ, ਇਹ ਕੰਧ ਬਣਾਉਣੀ ਹੈ। ਸੱਚ ਬੋਲਣਾ, ਇਹ ਕਿਲਾ ਬਣਾਉਣਾ ਹੈ। ਐਸਾ ਕਿਲਾ ਬਣਾ ਕੇ ਗੁਰਤਾ ਗੱਦੀ ਰੂਪੀ ਤਖਤ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸ਼ੋਭਤ ਹੋ ਰਹੇ ਹਨ। ਲਹਿਣ ਧਰਿਉਣ ਸਤ ਸਿਰ। ਅਤੇ ਫਿਰ ਇਸੇ ਤਰ੍ਹਾਂ ਗੁਰਤਾ ਗੱਦੀ ਦਾ ਛਤਰ ਜਿਹੜਾ ਹੈ, ਜਾਂ ਜਸ ਰੂਪੀ ਛਤਰ ਜਿਹੜਾ ਹੈ, ਉਹ ਭਾਈ ਲਹਿਣਾ ਸਾਹਿਬ ਜੀ ਦੇ ਸਿਰ ਦੇ ਉੱਪਰ ਧਰਿਆ। ਇੱਕ ਵਾਰੀ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਝੋਨੇ ਦੇ ਵਿੱਚੋਂ, ਧਾਨ ਵਿੱਚੋਂ ਜਿਹੜਾ ਹੈ ਡੀਲਾ ਵਗੈਰਾ ਕਢਾਉਂਦੇ ਪਏ। ਭਾਈ ਲਹਿਣਾ ਸਾਹਿਬ ਜੀ ਆਪਣੇ ਨਗਰ ਆਏ ਸਨ ਖਡੂਰ ਸਾਹਿਬ। ਮਨ ਵਿੱਚ ਵਿਚਾਰ ਬਣੀ ਵੀ ਚਲੋ ਸਤਿਗੁਰਾਂ ਦੇ ਦਰਸ਼ਨ ਕਰੀਏ, ਤੇ ਕੁਝ ਖਾਣ ਵਾਲਾ ਸਮਾਨ ਲੈ ਕੇ ਭਾਈ ਲਹਿਣਾ ਸਾਹਿਬ ਜੀ ਉਸ ਵੇਲੇ ਕਰਤਾਰਪੁਰ ਸਾਹਿਬ ਪਹੁੰਚੇ। ਮਾਤਾ ਸਾਹਿਬ, ਮਾਤਾ ਸੁਲੱਖਣੀ ਜੀਆਂ ਦੇ ਦਰਸ਼ਨ ਕੀਤੇ। ਬੜੇ ਸੋਹਣੇ ਰੇਸ਼ਮ ਦੇ ਵਸਤਰ ਗਲ ਵਿੱਚ ਭਾਈ ਲਹਿਣਾ ਸਾਹਿਬ ਜੀ ਨੇ ਪਾਏ ਹੋਏ। ਮਾਤਾ ਜੀ ਨੂੰ ਪੁੱਛਣ ਲੱਗੇ, ਮਾਤਾ ਜੀ ਸਤਿਗੁਰੂ ਕਿੱਥੇ ਨੇ? ਤੇ ਮਾਤਾ ਜੀ ਨੇ ਆਖਿਆ, ਉਹ ਖੇਤਾਂ ਨੂੰ ਗਏ ਹੋਏ। ਭਾਈ ਲਹਿਣਾ ਸਾਹਿਬ ਜੀ ਉਸੇ ਵੇਲੇ ਖੇਤਾਂ ਨੂੰ ਚਲੇ ਗਏ। ਜਾ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਮੈਨੂੰ ਵੀ ਸੇਵਾ ਬਖਸ਼ੋ, ਮੈਂ ਵੀ ਸੇਵਾ ਕਰਨੀ ਚਾਹੁੰਦਾ ਹਾਂ। ਤੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਧਾਨ ਵਿੱਚੋਂ, ਝੋਨੇ ਦੇ ਵਿੱਚੋਂ ਡੀਲਾ ਵਗੈਰਾ ਕੱਢਦੇ ਪਏ, ਤੁਸੀਂ ਵੀ ਸੇਵਾ ਕਰੋ ਜੇ ਕਰਨੀ ਚਾਹੁੰਦੇ ਹੋ। ਧਾਨਾਂ ਦੇ ਖੇਤ ਵਿੱਚ ਚਲੇ ਗਏ। ਹੁਣ ਗੁਰਮੁਖੋ ਪਤਾ ਨਹੀਂ ਹੈ, ਧਾਨਾਂ ਦੇ ਬੂਟੇ ਪੱਟਣ ਲੱਗ ਪਏ। ਪੱਟਣਾ ਦੇ ਵਿੱਚੋਂ ਨਦੀਨ ਹੈ ਨਾ, ਵਿੱਚੋਂ ਉਹਦੇ ਕੱਖ ਕਣ ਸਾਫ਼ ਕਰਨਾ ਹੈ ਫਸਲ ਨੂੰ, ਪਰ ਅਸਲ ਵਿੱਚ ਬੂਟੇ ਪੱਟੇ ਗਏ ਫਸਲ ਦੇ।
ਮਹਾਰਾਜ ਨੇ ਵੇਖਿਆ, ਸਤਿਗੁਰੂ ਕਹਿਣ ਲੱਗੇ ਆ ਜਾ ਭਾਈ ਪੁਰਖਾ ਬਾਹਰ, ਇਹ ਸੇਵਾ ਤੇਰੇ ਯੋਗ ਨਹੀਂ ਹੈ। ਬਾਹਰ ਆ ਗਿਆ ਮਹਾਰਾਜ, ਹੋਰ ਕੀ ਸੇਵਾ ਕਰੀਏ। ਚਿੱਕੜ ਦੇ ਵਿੱਚੋਂ ਜਿਹੜਾ ਘਾਹ ਪੱਟਿਆ ਸੀ ਨਾ, ਉਹਦੀ ਪੰਡ ਬੰਨ੍ਹ ਕੇ ਤੇ ਸਤਿਗੁਰਾਂ ਨੇ ਸਿਰ ਤੇ ਚੁਕਾ ਦਿੱਤੀ। ਕਹਿਣ ਲੱਗੇ ਲੈ ਜਾਓ ਘਰ ਜਾ ਕੇ ਪਸ਼ੂਆਂ ਨੂੰ ਪਾ ਦਿਓ, ਪਸ਼ੂ ਖਾ ਲੈਣਗੇ। ਭਾਈ ਲਹਿਣਾ ਸਾਹਿਬ ਦੀ ਉਹ ਚਿੱਕੜ ਦੇ ਨਾਲ ਲਿਬੜਿਆ ਹੋਇਆ ਘਾਹ ਤੇ ਉਹਦੀ ਪੰਡ ਬੰਨ੍ਹ ਕੇ ਸਿਰ ਤੇ ਚੱਕ ਲਈ। ਸਿਰ ਤੇ ਬੜੀ ਸੋਹਣੀ ਦਸਤਾਰ ਬੱਧੀ ਹੈ, ਪੱਗ ਬੱਧੀ ਹੈ ਤੇ ਬੜੇ ਸੋਹਣੇ ਰੇਸ਼ਮ ਦੇ ਬਸਤਰ ਪਾਏ। ਉਹ ਘਾਹ ਦੇ ਵਿੱਚੋਂ ਚਿੱਕੜ ਵਾਲਾ ਪਾਣੀ ਚੋ ਚੋ ਕੇ ਬਸਤਰ ਜਿਹੜੇ ਗੰਦੇ ਹੋ ਗਏ, ਪਰ ਹੁਕਮ ਮੰਨਦਿਆਂ ਹੋਇਆ ਸੇਵਾ ਕਰਦਿਆਂ ਉਹ ਘਾਹ ਲਿਆ ਕੇ ਘਰ ਵਿੱਚ ਪਸ਼ੂਆਂ ਨੂੰ ਪਾਇਆ। ਮਾਤਾ ਸਾਹਿਬ ਮਾਤਾ ਸੁਲੱਖਣੀ ਜੀ ਨੇ ਵੇਖਿਆ, ਮਨ ਵਿੱਚ ਸੋਚਦੇ ਨੇ ਸਤਿਗੁਰੂ ਵੀ ਕਮਾਲ ਕਰਦੇ ਨੇ, ਸੇਵਕ ਦੇ ਬਸਤਰ ਨਹੀਂ ਵੇਖਿਆ ਕਿੰਨੇ ਮਹਿੰਗੇ ਕਿੰਨੇ ਸੋਹਣੇ ਪਾਏ ਹੋਏ। ਇਹ ਚਿੱਕੜ ਦੀ ਪੰਡ ਚੁਕਾ ਦਿੱਤੀ ਹੈ। ਇਹਨੇ ਚਿਰ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਘਰ ਵਿੱਚ ਆਏ। ਮਾਤਾ ਜੀ ਨੇ ਆਖਿਆ, ਕਹਿਣ ਲੱਗੇ ਸਤਿਗੁਰੂ ਜੀ ਤੁਹਾਡੇ ਸਿੱਖ ਨੇ ਸੋਹਣੇ ਬਸਤਰ ਪਾਏ ਸਨ ਤੇ ਇਹਨਾਂ ਦੇ ਸਿਰ ਉੱਪਰ ਚਿੱਕੜ ਦੀ ਪੰਡ ਚੁਕਾ ਦਿੱਤੀ ਹੈ। ਵੇਖੋ ਬਸਤਰ ਵੀ ਇਹਨਾਂ ਦੇ ਚਿੱਕੜ ਦੇ ਨਾਲ, ਮਿੱਟੀ ਨਾਲ, ਗੰਦੇ ਪਾਣੀ ਨਾਲ ਗੰਦੇ ਹੋ ਗਏ। ਇਹ ਬਚਨ ਸੁਣਦਿਆਂ ਸਾਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਸੁਲੱਖਣੀ ਜੀ ਇਹ ਸਿਰ ਦੇ ਉੱਪਰ ਚਿੱਕੜ ਦੀ ਪੰਡ ਨਹੀਂ ਹੈ, ਇਹਨਾਂ ਦੇ ਸਿਰ ਦੇ ਉੱਪਰ ਤੇ ਅਸੀਂ ਛਤਰ ਬਖਸ਼ਿਸ਼ ਕੀਤਾ। ਬੋਲੇ ਸੋ ਨਿਹਾਲ। ਇਹ ਜਿਸ ਨੂੰ ਤੁਸੀਂ ਚਿੱਕੜ ਦੇ ਛਿੱਟੇ ਕਹਿੰਦੇ ਹੋ, ਇਹ ਚਿੱਕੜ ਦੇ ਛਿੱਟੇ ਨਹੀਂ, ਇਹ ਤੇ ਕੇਸਰ ਦੇ ਛਿੱਟੇ ਇਹਨਾਂ ਦੇ ਉੱਪਰ ਪਏ ਨੇ, ਇਹਨਾਂ ਨੇ ਮਾਲਕ ਬਣਨਾ ਹੈ। ਗੁਰਮੁਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜਦੋਂ ਬਚਨ ਮੁਖੋਂ ਨਿਕਲੇ, ਮਾਤਾ ਸਾਹਿਬ ਮਾਤਾ ਸੁਲੱਖਣੀ ਜੀਆਂ ਨੂੰ ਵਾਕਿਆ ਹੀ ਭਾਈ ਲਹਿਣਾ ਸਾਹਿਬ ਜੀ ਦੇ ਸੀਸ ਦੇ ਉੱਪਰ ਛਤਰ ਔਰ ਸਰੀਰ ਦੇ ਉੱਪਰ ਪਏ ਹੋਏ ਛਿੱਟੇ ਜਿਹੜੇ ਕੇਸਰ ਦੇ ਦਿਖਾਈ ਦਿੱਤੇ। ਐਸੇ ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬਚਨਾਂ ਦੇ ਨਾਲ ਹੀ ਮਹਾਰਾਜ ਬੜੀ ਕਿਰਪਾ ਕਰਦੇ ਪਏ। ਕਹਿਣ ਲੱਗੇ ਲਹਿਣੇ ਧਰਿਓਨ ਸੱਤ ਸਿਰ। ਭਾਈ ਲਹਿਣਾ ਸਾਹਿਬ ਜੀ ਤੁਹਾਡੇ ਸੀਸ ਦੇ ਉੱਪਰ ਮਹਾਰਾਜ ਜੀਆਂ ਨੇ ਜਸ ਰੂਪੀ ਛਤਰ ਬਖਸ਼ਿਸ਼ ਕੀਤਾ ਹੈ। ਮਾਤਾ ਸੁਲੱਖਣੀ ਜੀਆਂ ਦੇ ਕਹਿਣ ਕਰਕੇ ਵਿਖਾ ਵੀ ਦਿੱਤਾ, ਕਹਿੰਦੇ ਵੇਖੋ ਅਸੀਂ ਇਹ ਚਿੱਕੜ ਦੀ ਪੰਡ ਨਹੀਂ, ਇਹਨਾਂ ਦੇ ਸਿਰ ਦੇ ਉੱਪਰ ਜਸ ਦਾ ਇਹ ਛਤਰ ਬਖਸ਼ਿਆ ਹੈ, ਇਹਨਾਂ ਦੇ ਉੱਪਰ ਜ਼ਿੰਮੇਵਾਰੀ ਅਸੀਂ ਪਾਈ ਹੈ, ਇਹਨਾਂ ਨੇ ਗੁਰਤਾ ਗੱਦੀ ਦੇ ਤਖਤ ਨੂੰ ਸਾਂਭਣਾ ਹੈ, ਇਹ ਇਹਨਾਂ ਦੀਆਂ ਜ਼ਿੰਮੇਵਾਰੀਆਂ ਅਸੀਂ ਇਹਨਾਂ ਤੇ ਬਖਸ਼ਿਸ਼ ਕੀਤੀਆਂ। ਐਸਾ ਆਪ ਜੀ ਜਸ ਰੂਪੀ ਛਤਰ ਜਿਹੜਾ ਹੈ ਉਹ ਆਪ ਜੀ ਸੀਸ ਦੇ ਉੱਪਰ ਬਖਸ਼ਿਸ਼ ਕਰਦੇ ਹੋ। ਫਿਰ ਫਰਮਾਉਂਦੇ ਹਨ ਲਹਿਣੇ ਧਰਿਓਨ ਸੱਤ ਸਿਰ। ਜਾਂ ਆਪਾਂ ਕਹਿ ਲਈਏ ਗੁਰਤਾ ਗੱਦੀ ਰੂਪੀ ਜਿਹੜਾ ਛਤਰ ਹੈ ਜਾਂ ਜਸ ਰੂਪੀ ਜਿਹੜਾ ਛਤਰ ਹੈ ਉਹ ਆਪ ਜੀ ਨੇ ਬਖਸ਼ਿਸ਼ ਕੀਤਾ ਹੈ। ਹਰ ਸਿਫਤੀ ਅੰਮ੍ਰਿਤ ਪੀਵਦਾ। ਤੇ ਭਾਈ ਲਹਿਣਾ ਸਾਹਿਬ ਜੀ ਪ੍ਰਮਾਤਮਾ ਦੇ ਨਾਮ ਦੀ ਸਿਫਤ ਜੋ ਕਰਦੇ ਪਏ, ਇਹ ਅੰਮ੍ਰਿਤ ਪੀਂਦੇ ਪਏ। ਭਾਈ ਲਹਿਣਾ ਸਾਹਿਬ ਜੀ ਸਿਫਤ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੁਹਾਡੇ ਨਾਮ ਦੀ ਨਾਮ ਰੂਪੀ ਅੰਮ੍ਰਿਤ ਨੂੰ ਛਕਦੇ ਪਏ ਹਨ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੁਰਖ ਜੀ ਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਤਮਦੇਵ ਦੀ ਪ੍ਰਾਪਤੀ ਦੀ ਮਤ ਜੋ ਸਿੱਖਿਆ ਹੈ। ਆਤਮਦੇਵ ਕੀ ਹੈ? ਪਰਮਾਤਮਾ। ਪਰਮਾਤਮਾ ਦੀ ਪ੍ਰਾਪਤੀ ਦੀ ਜੋ ਸਿੱਖਿਆ ਹੈ ਸਤਿਗੁਰੂ ਪਾਤਸ਼ਾਹ ਜੀ ਉਹ ਆਪ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮਾਤਮਾ ਦੀ ਪ੍ਰਾਪਤੀ, ਆਤਮਦੇਵ ਜੋ ਪਰਮਾਤਮਾ ਹੈ ਉਸ ਦੀ ਪ੍ਰਾਪਤੀ ਦੀ ਮਤ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਦਿੱਤੀ ਹੈ, ਬਖਸ਼ਿਸ਼ ਕੀਤੀ ਹੈ। ਖੜਗ ਜੋਰ ਪੁਰਖ ਜੀ ਦੇ। ਸਤਿਗੁਰੂ ਪਾਤਸ਼ਾਹ ਜੀ ਇਹ ਜਿਹੜੀ ਮਤ ਦਿੱਤੀ ਹੈ ਨਾ ਇਹ ਆਪ ਜੀ ਨੇ ਢਾਲਾ ਬਖਸ਼ਿਸ਼ ਕੀਤਾ ਹੈ। ਜਿਵੇਂ ਸੂਰਮਾ ਕੋਈ ਜੰਗ ਵੇ ਜਾਂਦਾ ਹੈ ਤੇ ਦੁਸ਼ਮਣ ਤੋਂ ਬਚਣ ਵਾਸਤੇ ਅੱਗੇ ਢਾਲ ਕਰਦਾ ਹੈ, ਫਿਰ ਦੁਸ਼ਮਣ ਨੂੰ ਮਾਰਨ ਵਾਸਤੇ ਤਲਵਾਰ ਚਲਾਉਂਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹੜੀ ਆਪ ਜੀ ਨੇ ਸਿੱਖਿਆ ਦਿੱਤੀ ਨਾ ਭਾਈ ਲਹਿਣਾ ਜੀਆਂ ਨੂੰ, ਇਹ ਆਪ ਜੀ ਦੀ ਸਿੱਖਿਆ ਇੱਕ ਢਾਲ ਹੈ। ਕਾਹਦੇ ਵਾਸਤੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵੈਰੀ ਤੋਂ ਬਚਣ ਵਾਸਤੇ ਇਹ ਆਪ ਜੀਆਂ ਨੇ ਢਾਲ ਬਖਸ਼ਿਸ਼ ਕੀਤੀ ਹੈ। ਅਤੇ ਇਸੇ ਤਰ੍ਹਾਂ ਜੋਰ ਨਾਮ ਗੁਰਮੁਖੋ ਗਿਆਨ ਦਾ ਹੈ, ਆਪ ਜੀਆਂ ਨੇ ਗਿਆਨ ਬਖਸ਼ਿਸ਼ ਕੀਤਾ ਹੈ। ਇਹ ਆਪ ਜੀਆਂ ਨੇ ਜਿਹੜਾ ਗੁਰਬਾਣੀ ਦਾ ਸ਼ਬਦ ਬਖਸ਼ਿਆ, ਸਿੱਖਿਆ ਬਖਸ਼ੀ ਹੈ, ਇਹ ਆਪ ਜੀਆਂ ਨੇ ਗਿਆਨ ਬਖਸ਼ਿਸ਼ ਕੀਤਾ ਹੈ। ਇਸੇ ਤਰ੍ਹਾਂ ਪਰਾ ਕੋਈ ਜੀਦ ਹੈ, ਪਰਾਕਰਮ ਕਰਨ ਵਾਸਤੇ ਭਾਵ ਕਿ ਬਲ ਵਾਲਾ ਬਣਾਉਣ ਵਾਸਤੇ ਆਪ ਜੀਆਂ ਨੇ ਖੜਗ ਕਹੀਏ ਖੰਡਾ ਵੀ ਬਖਸ਼ਿਆ ਹੈ, ਢਾਲ ਵੀ ਬਖਸ਼ਿਸ਼ ਕੀਤੀ ਹੈ। ਖੜਗ ਦੇ ਦੋ ਅਰਥ ਕੀਤੇ ਵਿਦਵਾਨਾਂ ਨੇ। ਖੜਗ ਨਾਮ ਢਾਲ ਵਿਕਾਰਾਂ ਤੋਂ ਬਚਣ ਵਾਸਤੇ ਅਤੇ ਸਹਿਤ ਬਲ ਦੇ ਕਰਨ ਵਾਸਤੇ ਗਿਆਨ ਰੂਪੀ ਖੰਡਾ ਆਪ ਜੀਆਂ ਨੇ ਆਪਣੇ ਸੇਵਕ ਨੂੰ ਫੜਾਇਆ ਹੈ। ਗੁਰ ਚੇਲੇ ਰਹਿ ਰਾਸ ਕੀ
ਨਾਨਕ ਸਲਾਮਤ ਥੀਵਦਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਜੀ ਦੇ ਸਲਾਮਤ ਹੁੰਦਿਆਂ, ਭਾਵ ਆਪ ਜੀ ਦੇ ਸਰੀਰ ਕਰਕੇ ਇਸ ਦੁਨੀਆ ਤੇ ਰਹਿੰਦਿਆਂ ਹੋਇਆਂ ਆਪ ਜੀਆਂ ਨੇ ਉਸ ਵੇਲੇ ਭਾਈ ਸਾਹਿਬ ਭਾਈ ਲਹਿਣਾ ਜੀਆਂ ਨੂੰ ਸਥਿਤ ਕਰ ਦਿੱਤਾ। ਆਪਣੇ ਰਹਿੰਦਿਆਂ ਹੋਇਆਂ ਹੀ ਪਹਿਲਾਂ ਹੀ ਬਚਨ ਕਰ ਦਿੱਤੇ ਵੀ ਇਹਨਾਂ ਨੇ ਗੁਰਤਾ ਗੱਦੀ ਦੇ ਵਾਰਸ ਬਣਨਾ ਹੈ। ਭਾਈ ਲਹਿਣਾ ਸਾਹਿਬ ਜੀ ਘੋੜੇ ਤੇ ਚੜ੍ਹ ਕੇ ਗਏ ਨਾ ਦਿਦਾਰਾ ਕਰਨ ਵਾਸਤੇ ਕਰਤਾਰਪੁਰ। ਗੁਰੂ ਨਾਨਕ ਸਾਹਿਬ ਮਹਾਰਾਜ ਰਸਤੇ ਵਿੱਚ ਹੀ ਮਿਲ ਪਏ। ਉਸ ਵੇਲੇ ਭਾਈ ਲਹਿਣਾ ਜੀ ਕਹਿਣ ਲੱਗੇ ਜੀ ਅਸੀਂ ਗੁਰੂ ਨਾਨਕ ਸਾਹਿਬ ਦਾ ਦਿਦਾਰਾ ਕਰਨਾ ਹੈ। ਕਹਿੰਦੇ ਭਾਈ ਆਓ ਸਾਡੇ ਪਿੱਛੇ ਪਿੱਛੇ ਤੁਰੇ ਆਓ, ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾ ਦਿੰਦੇ ਹਾਂ। ਭਾਈ ਲਹਿਣਾ ਸਾਹਿਬ ਜੀ ਘੋੜੇ ਤੇ ਚੜ੍ਹ ਕੇ ਤੁਰੇ ਜਾ ਰਹੇ, ਗੁਰੂ ਨਾਨਕ ਸਾਹਿਬ ਜੀ ਪੈਦਲ ਤੁਰੇ ਜਾ ਰਹੇ। ਧਰਮਸਾਲ ਦੇ ਕੋਲ ਪਹੁੰਚ ਕੇ ਇੱਕ ਮੁੱਢ ਜਿਹਾ ਪਿਆ ਹੋਇਆ ਰੁੱਖ ਦਾ, ਕਹਿਣ ਲੱਗਿਆ ਇਹਦੇ ਨਾਲ ਭਾਈ ਘੋੜਾ ਬੰਨ੍ਹ ਕੇ ਤੇ ਅੰਦਰ ਆ ਜਾਓ। ਜਦੋਂ ਘੋੜਾ ਬੰਨ੍ਹ ਕੇ ਭਾਈ ਲਹਿਣਾ ਸਾਹਿਬ ਅੰਦਰ ਗਏ ਨਾ, ਸਭ ਨੇ ਕੀ ਵੇਖਦੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਬੈਠੇ ਹੋਏ। ਮਨ ਵਿੱਚ ਬੜਾ ਪਛਤਾਪ ਕੀਤਾ, ਮੈਂ ਘੋੜੇ ਤੇ ਚੜ੍ਹ ਕੇ ਉੱਚਾ ਹੋ ਕੇ ਆਇਆ, ਇਹ ਮੇਰੇ ਤੋਂ ਨੀਵੇਂ ਹੋ ਕੇ ਪੈਦਲ ਚੱਲ ਕੇ ਨਰਾਦਰ ਹੋ ਗਿਆ। ਚਰਨਾਂ ਤੇ ਢਹਿ ਕੇ ਮਾफ़ੀ ਮੰਗੀ, ਮਹਾਰਾਜ ਬੜੀ ਭਾਰੀ ਵਗਿਆ ਹੋਈ ਮਾफ़ ਕਰੋ। ਸਤਿਗੁਰੂ ਕਹਿਣ ਲੱਗੇ ਭਾਈ ਨਾਮ ਕੀ ਹੈ? ਕਹਿਣ ਲੱਗਾ ਜੀ ਮੇਰਾ ਨਾਮ ਹੈ ਭਾਈ ਲਹਿਣਾ ਜੀ। ਤੇ ਸਤਿਗੁਰੂ ਕਹਿਣ ਲੱਗੇ ਫਿਰ ਵਗਿਆ ਕਾਹਦੀ ਹੈ? ਤੁਹਾਡਾ ਹੈ ਨਾਮ ਭਾਈ ਲਹਿਣਾ। ਲਹਿਣਾ ਤੋਂ ਭਾਵ ਹੈ ਕਿ ਲੈਣਾ, ਤੁਸੀਂ ਲੈਣਾ ਹੈ ਤੇ ਅਸੀਂ ਭਾਈ ਦੇਣਾ ਹੈ। ਲੈਣ ਵਾਲੇ ਤੇ ਫਿਰ ਇਸ ਤਰ੍ਹਾਂ ਚੜ੍ਹ ਕੇ ਹੀ ਆਉਂਦੇ, ਦੇਣ ਵਾਲੇ ਫਿਰ ਇਸ ਤਰ੍ਹਾਂ ਤੁਰਿਆ ਕਰਦੇ। ਇਸ ਤਰ੍ਹਾਂ ਬਚਨ ਕਹਿ ਕੇ ਪਹਿਲੇ ਦਿਨ ਹੀ ਬਖਸ਼ਿਸ਼ਾਂ ਕਰ ਦਿੱਤੀਆਂ ਵੀ ਤੁਸੀਂ ਇਹ ਗੁਰਤਾ ਗੱਦੀ ਦਾ ਤਖਤ ਲੈਣਾ ਹੈ। ਬਚਨ ਆ ਗਿਆ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਜੀ ਦੇ ਸਲਾਮਤ ਥੀਵਦੇ, ਸਥਿਤ ਹੁੰਦਿਆਂ ਟਿਕਿਆਂ ਹੋਇਆਂ ਹੀ ਆਪ ਜੀਆਂ ਨੇ ਗੁਰੂ ਅਤੇ ਚੇਲੇ ਵਾਲੀ ਰੋਹ ਰੀਤੀ ਕੀਤੀ ਹੈ, ਮਰਿਆਦਾ ਕੀਤੀ ਹੈ। ਆਪ ਹੀ ਗੁਰੂ ਬਣ ਕੇ ਉਪਦੇਸ਼ ਦਿੰਦੇ ਪਏ, ਆਪ ਹੀ ਭਾਈ ਲਹਿਣਾ ਬਣ ਕੇ ਉਸ ਉਪਦੇਸ਼ ਦੀ ਕਮਾਈ ਕਰਦੇ ਪਏ। ਇਹ ਗੁਰੂ ਚੇਲੇ ਦੀ ਰੀਤੀ ਆਪ ਜੀਆਂ ਨੇ ਆਪਣੇ ਹੁੰਦਿਆਂ ਹੀ ਸਿੱਖਾਂ ਵਿੱਚ ਪ੍ਰਗਟ ਕੀਤੀ ਹੈ। ਸਹਿ ਟਿੱਕਾ ਦਿੱਤੋਸ ਜੀਵਦਾ। ਸਹਿ ਤੋਂ ਭਾਵ ਹੈ ਸ਼ਹਿਨਸ਼ਾਹ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਜੀ ਸ਼ਹਿਨਸ਼ਾਹ ਹੋ। ਜੀਵਦਾ ਆਪ ਨੇ ਜਿਉਂਦਿਆਂ ਹੋਇਆਂ ਹੀ ਆਪ ਜੀਆਂ ਨੇ ਗੁਰਤਾ ਗੱਦੀ ਦਾ ਟਿੱਕਾ ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਬਖਸ਼ਿਸ਼ ਕਰਕੇ ਆਪਣੇ ਅੰਗਾਂ ਦੇ ਨਾਲ ਲਾ ਕੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਐਸੀਆਂ ਬਖਸ਼ਿਸ਼ਾਂ ਕਰਦੇ ਹੋ। ਸੋ ਐਸੀ ਆਪ ਜੀ ਦੇ ਬਚਨ ਹਨ ਕਿ ਮਹਾਰਾਜ ਸਾਹਿਬ ਜੀ ਆਪ ਜੀ ਆਪਣੇ ਹੁੰਦਿਆਂ ਹੋਇਆਂ ਸ਼ਹਿਨਸ਼ਾਹ ਸਤਿਗੁਰੂ ਜੀ ਭਾਈ ਲਹਿਣਾ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੰਦੇ ਪਏ। ਲਖਮੀ ਦਾਸ ਤੇ ਬਾਬਾ ਸ਼੍ਰੀ ਚੰਦ ਜੀ ਸਤਿਗੁਰਾਂ ਦੇ ਦੋ ਸਪੁੱਤਰ ਨੇ, ਪਰ ਜਦੋਂ ਵੀ ਮਹਾਰਾਜ ਪਰਖ ਕਰਦੇ ਨਾ ਉਸ ਵੇਲੇ ਸਾਹਿਬਜ਼ਾਦੇ ਪਿੱਛੇ ਹਟ ਜਾਂਦੇ। ਇੱਕ ਵਾਰੀ ਦੀਵਾਨ ਸਜਿਆ, ਸੰਗਤਾਂ ਬੈਠੀਆਂ ਹੋਈਆਂ, ਇੱਕ ਬਿੱਲੀ ਜਿਹੜੀ ਹੈ ਨਾ ਅੱਧਾ ਕੁ ਚੂਹਾ ਖਾ ਕੇ ਤੇ ਅੱਧਾ ਕੁ ਅੰਨ ਖਾਧਾ ਤੇ ਦੀਵਾਨ ਵਿੱਚ ਸੱਟ ਕੇ ਤੇ ਭੱਜ ਗਈ ਹੈ। ਸਤਿਗੁਰੂ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਮਰਿਆ ਅੱਧਾ ਚੂਹਾ ਪਿਆ, ਇਹਨੂੰ ਚੁੱਕ ਕੇ ਬਾਹਰ ਸੁੱਟਿਆ। ਕਹਿਣ ਲੱਗੇ ਮਹਾਰਾਜ ਮੈਂ ਤੇ ਸਾਹਿਬਜ਼ਾਦਾ ਆਪ ਜੀ ਦਾ, ਇਹ ਮਰੇ ਚੂਹੇ ਚੁੱਕਣੇ ਮੇਰਾ ਕੰਮ ਨਹੀਂ, ਇਹ ਤੇ ਨੌਕਰਾਂ ਦਾ ਕੰਮ ਹੋਇਆ ਕਰਦਾ ਹੈ। ਮੈਨੂੰ ਤੇ ਲੋਕ ਸਲਾਮਾਂ ਕਰਦੇ, ਮੱਥਾ ਟੇਕਦੇ ਤੁਹਾਡਾ ਪੁੱਤਰ ਜਾਣ ਕੇ, ਹੁਣ ਮੈਂ ਚੂਹੀ ਚੁੱਕ ਕੇ ਬਾਹਰ ਸੁੱਟਾਂਗਾ ਤੇ ਗੱਲ ਬੰਨੀ ਨਹੀਂ ਹੈ, ਮੇਰੀ ਸ਼ੋਭਾ ਥੋੜ੍ਹੀ ਘਟ ਜਾਣੀ ਹੈ। ਉਸ ਵੇਲੇ ਛੋਟੇ ਪੁੱਤਰ ਲਖਮੀ ਦਾਸ ਨੂੰ ਮਹਾਰਾਜ ਨੇ ਆਖਿਆ, ਕਹਿਣ ਲੱਗੇ ਭਾਈ ਤੁਸੀਂ ਸੇਵਾ ਕਰੋ। ਉਹਨਾਂ ਨੇ ਉਹ ਜਵਾਬ ਦਿੱਤਾ, ਕਹਿਣ ਲੱਗੇ ਮਹਾਰਾਜ ਇਹ ਸਾਡੇ ਕੰਮ ਨਹੀਂ, ਨੌਕਰਾਂ ਚਾਕਰਾਂ ਦੇ ਕੰਮ ਨੇ, ਅਸੀਂ ਤੇ ਤੁਹਾਡੇ ਪੁੱਤਰ ਹਾਂ। ਦੋਨਾਂ ਨੇ ਜਵਾਬ ਦਿੱਤਾ। ਭਾਈ ਲਹਿਣਾ ਸਾਹਿਬ ਜੀ ਦੇ ਵੱਲ ਮਹਾਰਾਜ ਨੇ ਵੇਖਿਆ ਹੀ ਹੈ, ਅਜੇ ਮੁੱਖੋਂ ਬਚਨ ਨਹੀਂ ਆਖਿਆ, ਆਪ ਹੀ ਉੱਠ ਪਏ, ਮਹਾਰਾਜ ਇਹ ਸੇਵਾ ਮੈਂ ਕਰਦਾ। ਸੋ ਇਸ ਤਰ੍ਹਾਂ ਦੇ ਬਚਨ ਮੰਨ ਕੇ ਸੇਵਾਵਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਤਾਂ ਫਿਰ ਗੁਰੂ ਨਾਨਕ ਸਾਹਿਬ ਨੇ ਆਪਣੇ ਹੁੰਦਿਆਂ ਗੁਰਤਾ ਗੱਦੀ ਤੇ ਭਾਈ ਲਹਿਣਾ ਸਾਹਿਬ ਜੀ ਨੂੰ ਟਿਕਾ ਕੇ ਗੁਰਤਾ ਗੱਦੀ ਦਾ ਮਾਣ ਬਖਸ਼ਿਸ਼ ਕੀਤਾ। ਐਸੀਆਂ ਵਡਿਆਈਆਂ ਆਪ ਜੀ ਦੇਣ ਵਾਲੇ ਹੋ। ਇਹ ਮਹਾਰਾਜ ਸਾਹਿਬ ਜੀਆਂ ਨੇ ਅੱਜ ਪਹਿਲੀ ਪੌੜੀ ਇਸ ਵਾਰ ਦੀ ਬਖਸ਼ਿਸ਼ ਕੀਤੀ ਹੈ। ਇਹ ਪੌੜੀਆਂ ਆਪਾਂ ਅੱਗੇ ਵੀ ਇਸੇ ਤਰ੍ਹਾਂ ਇਤਿਹਾਸ ਦੇ ਸਮੇਤ ਸਰਵਣ ਕਰਾਂਗੇ। ਮਹਾਰਾਜ ਜਿਵੇਂ ਜਿਵੇਂ ਕਿਰਪਾ ਕਰਨਗੇ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ। ਜੋ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮਿਲੋ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦਾ। ਸਹਿ ਟਿੱਕਾ ਦਿੱਤੋਸ ਜੀਵਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।